ਧੰਨਵਾਦ ਸੰਗਤ ਖੜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਆਪਾਂ ਬਹੁਤ ਹੀ ਇਤਿਹਾਸਕ ਨਗਰ ਪਿੰਡ ਡੱਲਾ ਸਾਹਿਬ ਵਿਖੇ ਪਹੁੰਚੇ ਹਾਂ, ਜਿੱਥੇ ਕਿ ਭਾਈ ਲਾਲੂ ਜੀ ਦੇ ਤਪ ਸਥਾਨ 'ਤੇ ਹਰ ਸਾਲ ਸਾਲਾਨਾ ਜੋੜ ਮੇਲਾ ਲਾਇਆ ਜਾਂਦਾ। ਸਾਧ ਸੰਗਤ ਦੂਰ ਦੂਰ ਤੋਂ ਚੱਲ ਕੇ ਇਸ ਸਾਲਾਨਾ ਮੇਲੇ ਦੇ ਵਿੱਚ ਸ਼ਾਮਲ ਹੁੰਦੀ ਆ ਕਿ ਉਹਨਾਂ ਦੇ ਮਨ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਆ ਔਰ ਬੜੀ ਸ਼ਰਧਾ ਦੇ ਨਾਲ, ਬੜੀ ਭਾਵ, ਕਿਉਂਕਿ ਇੱਥੋਂ ਦੇ ਬਾਰੇ ਇੱਕ ਬਹੁਤ ਮਸ਼ਹੂਰ ਗੱਲ ਆ ਜਾਂ ਉਹ ਗੁਰੂ ਮਹਾਰਾਜ ਦਾ ਇੱਕ ਵਰ ਹੈ ਕਿ ਤਰਨ ਤਾਰਨ ਦੀਆਂ 11 ਮੱਸਿਆਂ ਅਤੇ ਅੱਸੂ ਦੀ ਇੱਕ ਮੱਸਿਆ ਜਿਹੜਾ ਇਸ਼ਨਾਨ ਸ਼ਰਧਾ ਭਾਵਨਾ ਦੇ ਨਾਲ ਇਸ ਡੱਲਾ ਸਾਹਿਬ ਦੀ ਬੌਲੀ ਵਿਖੇ ਕਰ ਲੂਗਾ, ਉਹਦੇ ਜੀਵਨ ਦੀ 84 ਕੱਟੀ ਜਾਊਗੀ, ਸਾਰੇ ਰੋਗ ਉਹਦੇ ਦੂਰ ਹੋ ਜਾਣਗੇ, ਤੰਦਰੁਸਤੀ ਉਹਨੂੰ ਮਿਲੇਗੀ। ਅਤੇ ਅੱਜ ਅਸੀਂ ਫੇਸਬੁੱਕ ਦੇ ਦੁਆਰਾ ਅਸੀਂ ਡੱਲਾ ਸਾਹਿਬ ਵਿਖੇ ਪਹੁੰਚੇ ਹਾਂ। ਮੈਂ ਡਾਕਟਰ ਕ੍ਰਿਸ਼ਨ ਸਿੰਘ ਗਿੱਲ ਅਤੇ ਮੇਰੇ ਨਾਲ ਭੈਣ ਜੀ ਅਮਨਦੀਪ ਕੌਰ ਜੀ ਥਿੰਦ, ਕਿ ਜਿਹੜੇ ਹਰ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਦੇ, ਹਰ ਪ੍ਰੋਗਰਾਮ ਨੂੰ ਡੀਲਿੰਗ ਕਰਦੇ ਆ, ਉਹ ਵੀ ਮੇਰੇ ਨਾਲ ਨੇ। ਅਤੇ ਅਸੀਂ ਇਸ ਮੇਲੇ ਦੇ ਵਿੱਚ ਸ਼ਾਮਲ ਹੋਏ ਹਾਂ ਅਤੇ ਹੁਣ ਅਸੀਂ ਪਹੁੰਚੇ ਹਾਂ ਇੱਕ ਇਹੋ ਜਿਹੀ ਛਬੀਲ, ਜੇ ਛਬੀਲ ਦੇ ਬਾਰੇ ਮਸ਼ਹੂਰ ਆ ਕਿ ਲਗਭਗ ਤਕਰੀਬਨ 15-16 ਸਾਲ ਤੋਂ ਪੁਰਾਣੀ ਛਬੀਲ ਇਸ ਡੱਲਾ ਸਾਹਿਬ ਵਿਖੇ ਲਾਉਂਦੇ ਆ ਰਹੇ। ਪਿੰਡ ਵਾੜਾ ਜਗੀਰ ਦੇ ਵੱਲੋਂ ਇਹ ਛਬੀਲ ਲਾਈ ਜਾਂਦੀ ਆ, ਕਿਉਂਕਿ ਪਿੰਡ ਵਾੜਾ ਜਗੀਰ ਦੇ ਵਿੱਚ ਬਹੁਤ ਸਾਰੇ ਸਾਧ ਸੰਗਤ ਇਹੋ ਜਿਹੀ ਰਹਿੰਦੀ ਆ ਜਿਨ੍ਹਾਂ ਨੂੰ ਬੜੀ ਭਾਵਨਾ ਆ, ਨੌਜਵਾਨ ਇਹੋ ਜਿਹੇ ਜਿਨ੍ਹਾਂ ਦੇ ਅੰਦਰ ਬਹੁਤ ਜਜ਼ਬਾ ਆ, ਜਿਨ੍ਹਾਂ ਦੇ ਅੰਦਰ ਬਹੁਤ ਪਿਆਰ ਆ, ਜਿਹੜੇ ਕਿ ਬੜੀ ਸ਼ਰਧਾ ਭਾਵਨਾ ਦੇ ਨਾਲ ਇਸ ਮੇਲੇ ਦੇ ਵਿੱਚ ਸ਼ਾਮਲ ਹੁੰਦੇ ਆ ਔਰ ਇਸ ਛਬੀਲ ਨੂੰ ਲਗਾਤਾਰ 2 ਦਿਨ ਔਰ ਸਾਰੀ ਰਾਤ, ਸਾਰਾ ਦਿਨ ਅਤੇ ਸਾਰਾ ਦਿਨ ਅੱਜ ਦਾ ਵੀ ਇਸੇ ਤਰ੍ਹਾਂ ਛਬੀਲ ਚੱਲਦੀ ਰਹਿੰਦੀ ਆ। ਇਹ ਵੱਖਰੀ ਗੱਲ ਆ ਕਿ ਇਸ ਵਾਰ ਕੁਛ ਕਰੋਨਾ ਦੀ ਜਿਹੜੀ ਕਰੋਪੀ ਦਾ ਵਜ੍ਹਾ ਕਰਕੇ ਜਿਹੜੀ ਸਾਧ ਸੰਗਤ ਥੋੜ੍ਹੀ ਘੱਟ ਇਸ ਸਾਲਾਨਾ ਜੋੜ ਮੇਲੇ ਦੇ ਵਿੱਚ ਸ਼ਾਮਲ ਹੋਈ ਆ, ਲੇਕਿਨ ਫਿਰ ਵੀ ਜਿੰਨੀ ਕੁ ਸਾਧ ਸੰਗਤ ਸ਼ਾਮਲ ਹੋਈ ਆ ਉਹਦੀ ਤਕਰੀਬਨ ਜੇ ਆਪਾਂ ਗਿਣਤੀ ਕਰੀਏ ਤਾਂ ਲਗਭਗ 40-50 ਹਜ਼ਾਰ ਜਿਹੜਾ ਸਾਧ ਸੰਗਤ ਸਰੀਰ ਇਸ ਬੌਲੀ ਸਾਹਿਬ ਵਿਖੇ ਭਾਈ ਲਾਲੂ ਜੀ ਦੇ ਗੁਰਦੁਆਰਾ ਸਾਹਿਬ ਦਾ ਦਰਸ਼ਨ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਆ। ਅਤੇ ਆਓ ਆਪਾਂ ਅੱਜ ਵਾੜਾ ਜਗੀਰ ਦੇ ਉਹਨਾਂ ਪ੍ਰਬੰਧਕਾਂ ਦੇ ਨਾਲ ਗੱਲਬਾਤ ਕਰੀਏ ਜਿਹੜੇ ਕਿ ਇਸ ਛਬੀਲ ਨੂੰ ਚਲਾਉਂਦੇ ਆ, ਕਿਉਂਕਿ ਠੰਡੇ ਮਿੱਠੇ ਜਲ ਦੀ ਛਬੀਲ ਲਾਈ ਜਾਂਦੀ ਆ। ਔਰ ਆਪਾਂ ਇੱਥੋਂ ਦੀ ਜਿਹੜੀ ਪ੍ਰਬੰਧਕ ਕਮੇਟੀ ਆ ਅਤੇ ਸਭ ਤੋਂ ਪਹਿਲਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਅਤੇ ਆਓ ਆਪਾਂ ਚੱਲੀਏ ਜੀ ਫਿਰ, ਕਿਉਂਕਿ ਇੱਥੋਂ ਦੇ ਜਿਹੜੇ ਪ੍ਰਬੰਧਕ ਆ ਉਹ ਵੀ ਬਹੁਤ ਸਿਆਣੇ ਨੇ ਔਰ ਬਹੁਤ ਜ਼ਿਆਦਾ ਸਮਝਦਾਰ ਨੇ, ਜਿਨ੍ਹਾਂ ਨੇ ਮਤਲਬ ਕਾਫੀ ਸਮੇਂ ਤੋਂ ਲੈ ਕੇ ਹੁਣ ਤੱਕ ਆਪਣੀ ਸੇਵਾ ਨਿਭਾਈ ਆ। ਅਤੇ ਉਹਨਾਂ ਦੇ ਸਭ ਤੋਂ ਪਹਿਲਾਂ ਸਾਡੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਕੈਸ਼ੀਅਰ ਅਤੇ ਜਿਹੜੇ ਕਿ ਪੇਸ਼ੇ ਤੌਰ 'ਤੇ ਫੌਜੀ ਸਾਹਿਬ ਵੀ ਨੇ, ਰਿਟਾਇਰ ਫੌਜੀ ਸਾਹਿਬ ਜੀ ਨੇ। ਅਤੇ ਆਓ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰੀਏ। ਅਤੇ ਫੌਜੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਪੂਰੀ ਟੀਮ ਨੂੰ ਸਤਿ ਸ਼੍ਰੀ ਅਕਾਲ ਜੀ। ਅਤੇ ਫੌਜੀ ਸਾਹਿਬ ਜੀ, ਸਾਡੇ ਵੱਲੋਂ ਤੁਹਾਨੂੰ ਇਸ ਸਾਲਾਨਾ ਜੋੜ ਮੇਲੇ ਦੀਆਂ ਬਹੁਤ ਬਹੁਤ ਮੁਬਾਰਕਾਂ, ਲੱਖ ਲੱਖ ਵਧਾਈਆਂ। ਔਰ ਤੁਸੀਂ ਵਾਕਈ ਵਧਾਈ ਦੇ ਪਾਤਰ ਆ, ਕਿਉਂਕਿ ਜਦੋਂ ਦੁਪਹਿਰੇ ਦਿਨ ਦੇ ਮੈਂ ਦੇਖਿਆ ਕਿ ਜਦੋਂ ਪੂਰੀ ਇਹ ਧੁੱਪ ਦੇ ਵਿੱਚ ਸਾਧ ਸੰਗਤ ਸੀ ਅਤੇ ਇੱਥੇ ਬਹੁਤ ਜ਼ਿਆਦਾ ਸਾਧ ਸੰਗਤ ਦਾ ਇੱਕ ਤਰ੍ਹਾਂ ਹੜ੍ਹ ਆਇਆ ਸੀਗਾ ਕਿ ਦੇਖਣ ਵਾਲੀ ਗੱਲ ਸੀ ਕਿ ਬੇਸ਼ੱਕ ਕਰੋਨਾ ਜ਼ਰੂਰ ਇਹਦੇ ਵਿੱਚ ਦਿੱਕਤ ਬਣਿਆ ਆ, ਰੁਕਾਵਟ ਬਣਿਆ, ਲੇਕਿਨ ਫਿਰ ਵੀ ਸਾਧ ਸੰਗਤ ਨੇ ਆਪਣੇ ਗੁਰੂ ਮਹਾਰਾਜ ਨੂੰ ਯਾਦ ਕਰਕੇ ਇਸ ਅਸਥਾਨ 'ਤੇ ਨਮਸਕਾਰ ਕੀਤੀ ਆ, ਡੰਡੌਤ ਬੰਦਨਾ ਕੀਤੀ ਆ ਔਰ ਆਪਣਾ ਨਤਮਸਤਕ ਹੋਏ ਆ। ਅਤੇ ਫੌਜੀ ਸਾਹਿਬ, ਤੁਹਾਨੂੰ ਸਭ ਤੋਂ ਪਹਿਲਾਂ ਬਹੁਤ ਬਹੁਤ ਵਧਾਈਆਂ ਨਗਰ ਨਿਵਾਸੀਆਂ ਨੂੰ, ਸਾਡੇ ਵੱਲੋਂ ਵੀ, ਸਾਰੇ ਨਗਰ ਵੱਲੋਂ ਵੀ, ਔਰ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਤੁਸੀਂ ਸੇਵਾ ਕਰਦੇ ਆ। ਅਤੇ ਆਪਣੇ ਫੌਜੀ ਸਾਹਿਬ ਜੀ, ਕਿਉਂਕਿ ਬਾਕੀ ਗੱਲਾਂ ਤਾਂ ਆਪਾਂ ਕਰਦੇ ਰਹਿੰਦੇ ਹਾਂ, ਜਿਹੜੀ ਮੇਨ ਗੱਲ ਮੇਰੇ ਜ਼ਿਹਨ ਦੇ ਵਿੱਚ ਆਉਂਦੀ ਆ, ਪਹਿਲੀ ਗੱਲ ਕਿ ਜ਼ਰੂਰ ਕਰੋਨਾ ਰੁਕਾਵਟ ਬਣਿਆ ਆ, ਜ਼ਰੂਰ ਕਰੋਨਾ ਦੀ ਵਜ੍ਹਾ ਕਰਕੇ ਸਾਧ ਸੰਗਤ ਘੱਟ ਆਈ ਆ, ਲੇਕਿਨ ਜਿੰਨੀ ਕਿ ਸਾਧ ਸੰਗਤ ਆਈ ਆ, ਜੇ ਮੈਂ ਮਤਲਬ ਇੱਕ ਐਸਟੀਮੇਟ ਲਾਵਾਂ ਤਾਂ ਲਗਭਗ 40-50 ਹਜ਼ਾਰ ਸਾਧ ਸੰਗਤ ਕੱਲ੍ਹ ਦੀ ਲਗਭਗ ਦਰਸ਼ਨ ਕਰ ਗਈ ਆ। ਅਤੇ ਪਿਛਲੀ ਵਾਰੀ ਇਦੋਂ ਵੀ ਜ਼ਿਆਦਾ ਕਰ ਗਈ ਹੋਊਗੀ ਅਤੇ ਜਾਂ ਲਾਗੇ ਛਾਗੇ ਜ਼ਰੂਰ ਹੋ ਗਈ ਹੋਊਗੀ। ਅਤੇ ਜਿਹੜਾ ਮੇਰੇ ਮਨ ਦੇ ਵਿੱਚ ਸਵਾਲ ਆਉਂਦਾ ਆ ਕਿ ਨਾ ਤਾਂ ਇੱਥੇ ਨਗਰ ਕੀਰਤਨ ਹੋਇਆ, ਨਾ ਪਿਛਲੀ ਸਾਲਾਨਾ ਜੋੜ ਮੇਲੇ 'ਤੇ ਹੋਇਆ, ਅਤੇ ਨਾ ਦੀਵਾਨ ਲੱਗਿਆ। ਜੇ ਕਰੋਨਾ ਦੀਵਾਨ ਦੇ ਨਾਲ ਹੀ ਵੱਧਦਾ ਆ ਜਾਂ ਨਗਰ ਕੀਰਤਨ ਦੇ ਨਾਲ ਹੀ ਕਰੋਨਾ ਵੱਧਦਾ ਆ, ਅਤੇ ਇਹਨਾਂ ਜਿਹੜਾ 40-50 ਹਜ਼ਾਰ ਸਾਧ ਸੰਗਤ ਦਾ ਇਕੱਠ ਹੋਇਆ ਆ, ਅਤੇ ਕੀ ਉਹਦੇ ਨਾਲ ਕੋਈ ਖਤਰਾ ਨਹੀਂ ਸੀਗਾ ਜੀ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਪੂਰੀ ਟੀਮ ਨੂੰ ਮੇਰੀਆਂ ਲੱਖ ਲੱਖ ਮੁਬਾਰਕਾਂ, ਕਿਉਂਕਿ ਸਾਲਾਨਾ ਜੋੜ ਮੇਲੇ
ਦੀਆਂ ਸਮੂਹ ਸੰਗਤ ਨੂੰ, ਪੂਰੀ ਟੀਮ ਨੂੰ ਲੱਖ ਲੱਖ ਮੁਬਾਰਕਾਂ, ਕਿਉਂਕਿ ਡੱਲੇ ਦੀ ਪਾਵਨ ਧਰਤੀ ਹੈ। ਉਦੋਂ ਵੀ ਦੱਸਿਆ ਸੀਗਾ ਜਦੋਂ ਪਿਛਲੀ ਵਾਰੀ ਆਪਾਂ ਪਿਛਲੇ ਮਹੀਨੇ ਛਬੀਲ ਲਾਈ ਸੀ, ਉਦੋਂ ਵੀ ਦੱਸਿਆ ਸੀਗਾ ਵੀ ਇੱਥੇ 72 ਗੁਰਸਿੱਖ ਹੋਏ ਆ ਅਤੇ 72 ਗੁਰਸਿੱਖਾਂ ਦੀ ਇਹ ਪਾਵਨ ਧਰਤੀ ਹੈ। ਔਰ ਇੱਥੇ ਜਿਹੜਾ ਸਾਲਾਨਾ ਜੋੜ ਮੇਲਾ ਲੱਗਦਾ ਉਹ ਬੜਾ ਹੀ ਮਤਲਬ ਮਹੱਤਤਾ ਰੱਖਦਾ ਵਾ। ਬਾਕੀ ਰਹਿ ਗਈ ਜਿਹੜੀ ਗੱਲ ਕਰੋਨਾ ਦੀ ਹੈਗੀ ਆ, ਅਤੇ ਕਰੋਨਾ ਜਦ ਤੱਕ ਆਪਾਂ ਇੱਕ ਦੂਜੇ ਤੋਂ ਡਿਸਟੈਂਸ ਨਾਲ, ਦੂਰੀ ਨਾਲ ਖੜ੍ਹਦੇ ਹਾਂ, ਅਤੇ ਉਦੋਂ ਕਰੋਨਾ ਮਾਰ ਕਰਦਾ। ਤਕਰੀਬਨ ਪੰਜਾਬ ਵਿੱਚ ਤਾਂ ਇਹੋ ਜਿਹਾ ਆਬੋ ਹਵਾ ਵਾ, ਕਰੋਨੇ ਨੂੰ ਤਕਰੀਬਨ ਮਾਤ ਪੈ ਚੁੱਕੀ ਆ। ਮੇਰੀ ਸੋਚ ਇਹ ਹੈ ਕਿ 70 ਤੋਂ 80% ਕਰੋਨੇ ਨੂੰ ਮਾਤ ਪੈ ਚੁੱਕੀ ਆ। ਕਿਉਂਕਿ ਕਰੋਨੇ ਨੂੰ ਮਾਤ ਤਾਂ ਪਈ ਹੈ ਕਿਉਂਕਿ ਪੰਜਾਬੀਆਂ ਦੇ ਦਿਲ ਵੱਡੇ ਆ, ਜਿਗਰੇ ਵੱਡੇ ਆ, ਹੌਸਲੇ ਵਾਲੇ ਆ, ਬੁਲੰਦ ਹੌਸਲੇ ਵਾਲੇ। ਉਹਦਾ ਨਾਲ ਇਹ ਕਾਰਨ ਹੈ ਜਿਹੜੇ ਲੋਕ ਬਿਮਾਰ ਆ ਜਾਂ ਬਜ਼ੁਰਗ ਆ ਜਾਂ ਜ਼ਿਆਦਾ ਬੱਚੇ ਜਿਨ੍ਹਾਂ ਦੀ ਸਿਸਟਮ ਜਿਹਨਾਂ ਦਾ ਡਾਊਨ ਜ਼ਿਆਦਾ, ਉਹਨਾਂ ਨੂੰ ਕਰੋਨਾ ਵਰਗੀ ਅਗਰ ਬਿਮਾਰੀ ਹੈ ਅਤੇ ਉਹਨਾਂ ਨੂੰ ਪੈਂਦੀ। ਕਰੋਨਾ ਵਰਗੀ ਬਿਮਾਰੀ ਤਾਂ ਹੈ ਲੇਕਿਨ ਪੈਂਦੀ ਉਹਨਾਂ ਨੂੰ ਆ। ਇੱਥੇ ਦੇਖੋ ਲੱਖਾਂ ਸੰਗਤਾਂ ਆਈਆਂ, ਮੇਰੇ ਹਿਸਾਬ ਨਾਲ 50-60 ਲੱਖ ਕੱਲ੍ਹ ਪਰਸੋਂ ਤੋਂ ਸੰਗਤ ਆ ਕੇ ਚਲੇ ਗਈ ਹੋਣੀ, ਅਤੇ ਜਲ ਵੀ ਛੱਕ ਕੇ ਗਈ ਹੋਣੀ ਸੰਗਤ। ਅਤੇ ਪਿਛਲੇ ਮਹੀਨੇ ਜਦੋਂ ਮੇਲਾ ਮਨਾਏ ਉਦੋਂ ਵੀ ਸੰਗਤ ਜਲ ਛੱਕ ਕੇ ਗਈ ਹੈ। ਅਤੇ ਕਰੋਨਾ ਕਰਾਨਾ ਦਾ ਕੋਈ ਇੱਥੇ ਇੱਕ ਅੱਧਾ ਮਰੀਜ਼ ਵੀ ਕਿਸੇ ਨੂੰ ਕਦੇ ਨਜ਼ਰ ਨਹੀਂ ਆਇਆ। ਮੈਡੀਕਲ ਦੀਆਂ ਟੀਮਾਂ ਵੀ ਬੈਠੀਆਂ ਸੀਗੀਆਂ, ਇੱਥੇ ਵੀ ਟੀਮ ਬੈਠੀ ਸੀ, ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਈ, ਨਾ ਕੋਈ ਖੰਘ ਰੇਸ਼ੇ ਵਾਲਾ ਕੋਈ ਬੰਦਾ ਆਇਆ, ਅਤੇ ਬਹੁਤ ਵਧੀਆ ਸੰਗਤਾਂ ਨੇ ਮੇਲਾ ਮਨਾਇਆ ਜੀ। ਅਤੇ ਫੌਜੀ ਸਾਹਿਬ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਕਿਉਂਕਿ ਇੱਥੇ ਮੈਡੀਕਲ ਦੀਆਂ ਟੀਮਾਂ ਵੀ ਬੈਠੀਆਂ ਸੀਗੀਆਂ ਔਰ ਇੱਥੋਂ ਦੀ ਪ੍ਰਬੰਧਕ ਕਮੇਟੀ ਨੇ ਵੀ, ਨਗਰ ਨਿਵਾਸੀਆਂ ਨੇ ਵੀ ਜਿੱਦਾਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਾਇਆ, ਤੁਸੀਂ ਛਬੀਲ ਦੀ ਜਿਹੜੀ ਸੇਵਾ ਕੀਤੀ ਆ। ਦੂਸਰੇ ਨਗਰਾਂ ਨੇ ਕਿਸੇ ਨੇ ਪ੍ਰਸ਼ਾਦੇ ਦਾ ਲੰਗਰ ਲਾਇਆ, ਕਿਸੇ ਨੇ ਚਾਹ ਪਕੌੜਿਆਂ ਦਾ ਲੰਗਰ ਲਾਇਆ, ਕਿਸੇ ਨੇ ਕਿਸ ਤਰ੍ਹਾਂ ਜਿੱਦਾਂ ਦੀ ਵੀ ਕਿਸੇ ਦੀ ਭਾਵਨਾ ਸੀਗੀ। ਔਰ ਤੁਸੀਂ ਇਹ ਗੱਲ ਕਹੀ ਆ ਕਿ ਜਿਹੜੀ ਕਰੋਨਾ ਜ਼ਰੂਰ ਰੁਕਾਵਟ ਬਣਦੀ ਆ ਜਾਂ ਉਹਨਾਂ ਬੰਦਿਆਂ ਨੂੰ ਹੋਈ ਆ ਕਿ ਪਿਛਲੇ ਮਹੀਨੇ ਵੀ ਲੋਕਾਂ ਨੇ ਇਸ ਛਬੀਲ ਤੋਂ ਠੰਡਾ ਜਲ ਛਕਿਆ ਆ ਔਰ ਅੰਮ੍ਰਿਤ ਕਰਕੇ ਛਕਿਆ ਆ। ਔਰ ਜਿੱਥੋਂ ਤੱਕ ਮੇਰਾ ਖਿਆਲ ਆ ਵੀ ਕਿਸੇ ਨੂੰ ਕੋਈ ਕੰਪਲੇਂਟ ਹੋਈ ਵੀ ਨਹੀਂ ਹੋਣੀ ਵੀ ਸ਼ਾਇਦ ਕਿਸੇ ਨੂੰ ਕਰੋਨਾ ਹੋਇਆ ਹੋਵੇ ਜਾਂ ਕੋਈ ਇਹੋ ਜਿਹਾ ਮਰੀਜ਼ ਆ ਕਿ ਉਹ ਪਾਣੀ ਪੀ ਕੇ ਉਹਨੂੰ ਕਰੋਨਾ ਹੋ ਗਿਆ ਹੋਵੇ। ਬਿਲਕੁਲ ਇਹ ਗੱਲ ਨਹੀਂ ਆਈ ਹੈਗੀ ਸਾਹਮਣੇ। ਕੋਈ ਡਾਕਟਰ ਸਾਹਿਬ ਇੱਥੋਂ ਦੀ ਪਾਵਨ ਬੌਲੀ ਜੋ ਆ ਨਾ, ਪਾਵਨ ਬੌਲੀ, ਉਸ ਦੇ ਵਿੱਚ ਜਿਹੜਾ ਵੀ ਇਸ਼ਨਾਨ ਕਰ ਜਾਂਦਾ ਉਹ ਪਾਕ ਪਵਿੱਤਰ ਹੋ ਜਾਂਦਾ। ਕਹਿਣ ਦਾ ਭਾਵ ਉਸ ਦੀ ਜਿਹੜੀ ਆ 84 ਮੱਲ ਕਹਿੰਦੇ ਵੀ ਕੱਟੀ ਜਾਂਦੀ ਹੈ, ਵੀ ਬੰਦੇ ਨੂੰ ਸੁੱਖ ਮਿਲਦੇ ਆ। ਅਗਰ ਇਹੋ ਜਿਹੀ ਕੋਈ ਬਿਮਾਰੀ ਹੁੰਦੀ, ਜ਼ਿਆਦਾ ਫੈਲੀ ਹੁੰਦੀ, ਅਤੇ ਕੋਈ ਨਾ ਕੋਈ ਆਪਾਂ ਨੂੰ ਮਰੀਜ਼ ਨਜ਼ਰ ਕੋਈ ਆਉਂਦਾ, ਕੋਈ ਪਤਾ ਲੱਗਦਾ। ਵਾਕਿਆ ਆਪਣੇ ਇਲਾਕੇ 'ਚ ਤਕਰੀਬਨ ਮੇਰੇ ਹਿਸਾਬ ਨਾਲ ਇੱਥੋਂ ਲੈ ਕੇ ਲੋਹੀਆਂ ਮਲਸੀਆਂ ਤੋਂ ਲੈ ਕੇ ਨਕੋਦਰ ਤੱਕ ਤਕਰੀਬਨ ਬਹੁਤ ਜ਼ਿਆਦਾ, ਕੋਈ ਇੱਕ ਦੁੱਕਾ ਜਾਂ 2-4 ਹੀ ਮਰੀਜ਼ ਹੋਣਗੇ। ਆਪਣਾ ਇਲਾਕਾ ਤਕਰੀਬਨ ਜਿਹੜਾ ਹੈ ਮਾਲਕ ਦੀ ਮਿਹਰ ਨਾਲ ਬਹੁਤ ਇਲਾਕਾ ਸਾਫ਼ ਆ ਔਰ ਤੰਦਰੁਸਤ ਇਲਾਕਾ ਵਾ। ਇਹੋ ਜਿਹੇ ਦਿਨ ਤਿਉਹਾਰ ਜਿਹੜੇ ਮਨਾਉਣ ਦਾ ਆਪਾਂ ਨੂੰ ਮੌਕਾ ਮਿਲਦਾ ਵਾ। ਅਤੇ ਮੈਂ ਨਾ ਸਾਡਾ ਨਗਰ ਵੀ ਭਾਗਾਂ ਵਾਲਾ ਪਵਿੱਤਰ ਨਗਰ ਆ ਮਾਲਕ ਦੀ ਮਿਹਰ ਨਾਲ। ਜਿਹੜਾ ਨਗਰ ਦਾ ਨਾਂ ਹੈਗਾ ਵਾੜਾ ਜਗੀਰ, ਜਲੰਧਰ ਜ਼ਿਲ੍ਹੇ 'ਚ ਆਉਂਦਾ, ਜਿਨ੍ਹਾਂ ਨੂੰ ਪਹਿਲਾਂ ਪਾਣੀ ਜੀਓ ਹੈ, ਜਿੱਤ ਹਰਿਆ ਸਭ ਕੋਈ ਜੀ। ਬਿਲਕੁਲ ਪਹਿਲਾਂ ਪਾਣੀ ਜੀਓ, ਮਤਲਬ ਜੀਣ ਲਈ ਪਾਣੀ ਹੈ, ਅਤੇ ਪਾਣੀ ਦੀ ਛਬੀਲ ਨਗਰ ਸਾਡਾ ਲਾ ਰਿਹਾ ਜੀ। ਮੈਂ ਸਾਡੇ ਨਗਰ ਦੇ ਬਹੁਤ ਵੱਡੇ ਭਾਗ ਮੰਨਦਾ ਵਾਂ। ਔਰ ਉਹ ਵੀ ਪਾਵਨ ਧਰਤੀ ਜਿੱਥੇ ਡੱਲਾ ਬੌਲੀ ਸਾਹਿਬ 72 ਗੁਰਸਿੱਖ ਹੋਏ ਹੋਣ, ਉੱਥੇ ਸਾਨੂੰ ਮਤਲਬ ਕਿ ਨਗਰ ਨੂੰ ਛਬੀਲ ਲਾਉਣ ਦਾ ਮੌਕਾ ਮਿਲਦਾ। ਅਤੇ ਅਸੀਂ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕਰਦੇ ਹਾਂ, ਸੰਗਤ ਦਾ ਵੀ, ਤੁਹਾਡਾ ਜਿਹੜੇ ਮੇਰੇ ਵੀਰ ਆ ਮੀਡੀਆ ਵਾਲੇ, ਤੁਹਾਡਾ ਵੀ ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਮਤਲਬ ਕਿ ਸਾਨੂੰ ਨਿਮਾਣਿਆਂ ਨੂੰ ਮਾਣ ਬਖਸ਼ਿਆ ਵਾ। ਅਤੇ ਅਸੀਂ ਆਪ ਚਲੋ ਸੇਵਾਵਾਂ ਦੇ ਰਹੇ ਹਾਂ, ਆਉਣ ਵਾਲੇ ਸਮੇਂ 'ਚ ਮਾਲਕ ਇੱਦਾਂ ਤੰਦਰੁਸਤੀ ਬਖਸ਼ੇ ਅਤੇ ਸੇਵਾਵਾਂ ਦਿੰਦੇ ਰਹਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਅਤੇ ਫੌਜੀ ਸਾਹਿਬ ਇੱਕ ਸਵਾਲ, ਮੇਰੇ ਇੱਕੋ ਛੋਟਾ ਜਿਹਾ ਸਵਾਲ ਹੀ ਕਰਨਾ ਚਾਹੁੰਦੇ ਹਾਂ ਕਿ ਤੁਹਾਨੂੰ ਪਿਛਲੇ ਮਹੀਨੇ ਦੇ ਵਿੱਚ ਜਿਹੜੀ ਇਹ ਆਪਣਾ ਮੇਲਾ ਮਨਾਇਆ ਗਿਆ ਅਤੇ ਅੱਜ ਵਾਲੇ ਮੇਲੇ ਦੇ ਵਿੱਚ ਕਿੰਨਾ ਕੁ ਅੰਤਰ ਲੱਗਾ ਜੀ ਤੁਹਾਨੂੰ? ਅੰਤਰ ਦੇਖੋ ਜੀ, ਪਿਛਲੇ ਮਹੀਨੇ ਗਰਮੀ ਜ਼ਿਆਦਾ ਸੀ। ਜਿਹੜੇ ਪਿਛਲੇ ਮਹੀਨੇ ਸੰਗਤ ਦੀ ਤਾਦਾਦ ਸੀ ਐਕਤੀ ਮੇਰੇ ਹਿਸਾਬ ਨਾਲ 50-60 ਹੋਊਗੀ, ਅਤੇ ਪਿਛਲੇ ਮਹੀਨੇ ਦੀ ਜਿਹੜੀ ਸੰਗਤ ਸੀ ਉਹ 70-80 ਹਜ਼ਾਰ ਹੋ ਗਈ। ਉਹ ਇਹੀ ਕੰਟੀਨਿਊ ਸੰਗਤ ਆਈ ਜਾਂਦੀ ਸੀ, ਮੱਥਾ ਟੇਕੀ ਜਾਂਦੀ ਸੀ, ਅਤੇ ਆਪੋ ਆਪਣੇ ਘਰਾਂ ਨੂੰ ਰਵਾਨਾ ਹੋ ਜਾਂਦੀ ਸੀ। ਖਾਣ ਪੀਣ ਦਾ ਸਮਾਨ, ਸਾਜੋ ਸਮਾਨ, ਕਿਉਂਕਿ ਮਾਰਕੀਟ ਲੱਗੀ ਹੋਈ ਆ, ਦੁਕਾਨਾਂ ਲੱਗੀਆਂ ਹੋਈਆਂ, ਲੋਕ ਆਪੋ ਆਪਣਾ ਸਮਾਨ ਸੰਗਤਾਂ ਲੈ ਕੇ ਆਪੋ ਆਪਣੇ ਘਰਾਂ ਨੂੰ ਖੁਸ਼ੀਆਂ ਲਈ ਜਾਂਦੀਆਂ। ਇੱਥੋਂ ਠੰਡੇ ਮਿੱਠੇ ਜਲ ਦਾ ਛੱਕ ਕੇ ਆਪੋ ਆਪਣੇ ਘਰਾਂ ਨੂੰ ਜਾ ਰਹੇ, ਖੁਸ਼ੀਆਂ ਲੈ ਰਹੀਆਂ। ਪਿਛਲੇ ਮਹੀਨੇ ਸੰਗਤ ਜ਼ਿਆਦਾ ਆਈ ਸੀਗੀ ਜੀ, ਅਤੇ ਐਕਤੀ ਥੋੜ੍ਹਾ ਜਿਹਾ ਹੈਗਾ, ਉਹਦਾ ਕਰਕੇ ਵੀ ਐਕਤੀ ਸੰਗਤ ਥੋੜ੍ਹੀ ਜਿਹੀ 40-50 ਹਜ਼ਾਰ ਆਈ। ਥੋੜ੍ਹਾ ਜਿਹਾ 5-10 ਹਜ਼ਾਰ ਦਾ ਫਰਕ ਸੰਗਤ ਦਾ ਪਿਆ, ਕਿਉਂਕਿ ਹੁਣ ਥੋੜ੍ਹੀ ਸਰਦੀ ਚੱਲ ਰਹੀ ਹੈ, ਪਿੱਛੇ ਉਦੋਂ ਗਰਮੀ ਸੀਗੀ ਜੀ, ਹੈ ਨਾ, ਥੋੜ੍ਹਾ ਜਿਹਾ ਫਰਕ ਪਿਆ। ਬਾਕੀ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ, ਚੜ੍ਹਦੀ ਕਲਾ ਜੀ। ਅਤੇ ਫੌਜੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਅਤੇ ਤੁਹਾਨੂੰ ਮੁਬਾਰਕਾਂ ਵੀ ਆ ਕਿ ਤੁਸੀਂ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਾ ਕੇ ਸਾਧ ਸੰਗਤ ਨੂੰ ਬਹੁਤ ਜ਼ਿਆਦਾ ਪੁੰਨ ਖੱਟਿਆ ਆ। ਕਿਉਂਕਿ ਸਭ ਤੋਂ ਵੱਡਾ ਜਿਹੜਾ ਪੁੰਨ ਪਾਣੀ ਦਾ ਮੰਨਿਆ ਜਾਂਦਾ ਆ। ਹੋਰ ਕਿਸੇ ਵੀ ਚੀਜ਼ ਤੋਂ ਨਾ ਕਰ ਦਿਓਗੇ ਕੋਈ ਗੱਲ ਨਹੀਂ, ਅਗਲਾ ਦੂਜੇ ਤੋਂ ਮੰਗ ਲਈ। ਲੇਕਿਨ ਜਦੋਂ ਮੇਲਾ ਹੁੰਦਾ ਉਦੋਂ ਕੋਈ ਇਸ ਤਰ੍ਹਾਂ ਦੀ ਗਰਮੀ ਹੁੰਦੀ ਆ, ਭਾਵੇਂ ਥੋੜ੍ਹੀ ਵੀ ਗਰਮੀ, ਉਹ ਤਾਂ ਵੀ ਜ਼ਿਆਦਾ ਗਰਮੀ ਲੱਗਦੀ ਆ, ਪਿਆਸ ਜ਼ਿਆਦਾ ਲੱਗਦੀ ਹੈਗੀ ਆ। ਤੁਸੀਂ ਬਹੁਤ ਵੱਡਾ ਪੁੰਨ ਖੱਟਿਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਅਤੇ ਆਪਣੇ ਨਾਲ
ਇੱਥੋਂ ਦੇ ਸਰਪੰਚ ਸਾਹਿਬ ਵੀ ਖਲੋਤੇ ਆ, ਉਹ ਵੀ ਆਪਣੇ ਨਾਲ ਜੁੜੇ ਆ, ਤੇ ਆਓ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰੀਏ। ਸਰਪੰਚ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਜੀ। ਤੇ ਸਰਪੰਚ ਸਾਹਿਬ ਜੀ, ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਇਸ ਸਾਲਾਨਾ ਜੋੜ ਮੇਲੇ ਦੀਆਂ, ਔਰ ਮੈਂ ਬੜਾ ਖੁਸ਼ ਹਾਂ ਕਿ ਤੁਸੀਂ ਪਿਛਲੇ ਮਹੀਨੇ ਵੀ ਵੱਧ ਚੜ੍ਹ ਕੇ ਜਿਹੜੀ ਸ਼ਬੀਲ ਦੀ ਸੇਵਾ ਕੀਤੀ ਆ, ਤੇ ਇਸ ਵਾਰ ਵੀ ਕੀਤੀ ਹੈਗੀ ਆ, ਤੇ ਤੁਸੀਂ ਬਹੁਤ ਵਡਭਾਗੇ ਹੋ, ਧੰਨਤਾ ਦੇ ਯੋਗ ਹੋ, ਤੇ ਤੁਸੀਂ ਵਾਕਈ ਵਧਾਈ ਦੇ ਪਾਤਰ ਆ। ਤੇ ਸਰਪੰਚ ਸਾਹਿਬ ਜਿਹੜੀ ਆਪਾਂ ਗੱਲ ਕਰਨੀ ਆ ਉਹ ਇਹੀ ਆ ਕਿ ਜਿੱਦਾਂ ਹੁਣ ਅਸੀਂ ਫੌਜੀ ਸਾਹਿਬ ਨਾਲ ਵੀ ਹੁਣੇ ਕਰਦੇ ਹਟੇ ਆ ਹਾਂਜੀ ਹਾਂਜੀ ਕਿ ਜਿਹੜਾ ਇਹ ਨਗਰ ਕੀਰਤਨ ਨਹੀਂ ਹੋਇਆ ਜਾਂ ਦੀਵਾਨ ਨਹੀਂ ਲੱਗਿਆ ਜਾਂ ਆਪਾਂ ਕਰੋਨਾ ਦੀ ਗੱਲ ਕੀਤੀ ਹੈਗੀ ਆ, ਕਿ ਕੀ ਤੁਹਾਡਾ ਸ਼੍ਰੋਮਣੀ ਕਮੇਟੀ ਦੇ ਨਾਲ ਕੋਈ ਸੰਪਰਕ ਹੋਇਆ ਕਿ ਵੀ ਨਗਰ ਕੀਰਤਨ ਹੋਣਾ ਚਾਹੀਦਾ, ਕੋਈ ਸਲਾਹ ਮਸ਼ਵਰਾ ਜਾਂ ਬੈਠ ਕੇ ਇਹਨਾਂ ਦੀ ਗੱਲਬਾਤ ਹੋਈ ਆ ਕਿ ਨਹੀਂ ਜੀ? ਨਹੀਂ, ਇਹਦੇ ਬਾਰੇ ਇੰਨਾ ਮੈਨੂੰ ਜਾਣਕਾਰੀ ਨਹੀਂ ਆ ਜੀ। ਇਹ ਤਾਂ ਤੁਹਾਨੂੰ ਪ੍ਰਧਾਨ ਸਾਹਿਬ ਦੱਸ ਸਕਦੇ ਆ ਜਾਂ ਖਜ਼ਾਨਚੀ ਸਾਹਿਬ ਦੱਸ ਸਕਦੇ ਆ। ਜੀ ਜੀ। ਮੈਨੂੰ ਇਹਦੇ ਬਾਰੇ ਇੰਨੀ ਨੌਲੇਜ ਨਾ, ਮੇਰੇ ਨਾਲ ਕੋਈ ਡਿਸਕਸ ਹੋਈ ਆ ਜੀ। ਨਾ ਇਹਦੇ ਬਾਰੇ ਮੈਨੂੰ ਹੈ ਆ। ਬਾਕੀ ਜੇ ਹੋਈ ਵੀ ਹੋਊਗੀ ਤਾਂ ਥੋੜ੍ਹਾ ਜਿਹਾ ਜਿੱਦਾਂ ਗੌਰਮੈਂਟ ਵੀ ਕਹਿੰਦੀ ਆ ਵੀ ਕਰੋਨਾ ਨੂੰ ਲੈ ਕੇ ਕੁਛ ਦਿੱਕਤਾਂ ਇਹ ਦੇਖਦੇ ਹੋਏ, ਹਾਂਜੀ ਉਹ ਚਾਹੇ ਆਪਾਂ ਕਹਿ ਲਈਏ ਵੀ ਗੁਰੂ ਘਰ ਡਰ ਤੋਂ ਵੈਸੇ ਹੁੰਦਾ ਨਹੀਂਗਾ ਆਪਾਂ ਨੂੰ ਜੀ। ਕਿਸੇ ਵੀ ਤਰ੍ਹਾਂ ਦੀਆਂ ਬਿਮਾਰੀਆਂ ਦਾ ਜਦੋਂ, ਹਾਂਜੀ ਹਾਂਜੀ। ਪਰ ਫਿਰ ਵੀ ਜਿਹੜਾ ਹੈਗਾ ਕਹਿੰਦੇ ਨੇ ਵਰਲਡ ਦੇ ਉੱਤੇ ਮਹਾਮਾਰੀ ਚੱਲ ਗਈ ਬਿਮਾਰੀ, ਤੋਂ ਕਿਤੇ ਨਾ ਕਿਤੇ ਮਨ ਦੇ ਅੰਦਰ ਡਰ ਤਾਂ ਜ਼ਰੂਰ ਉਹਦਾ ਬੈਠਾ ਹੋਇਆ ਜੀ ਜੀ। ਇਨਸਾਨ ਹੋਣ ਦੇ ਨਾਤੇ, ਹੈ ਨਾ। ਵੈਸੇ ਜਦੋਂ ਇਨਸਾਨ ਕਹਿੰਦੇ ਨੇ ਭਗਵਾਨ ਹੋ ਗਿਆ, ਫਿਰ ਤਾਂ ਡਰ ਹੀ ਨਹੀਂ ਰਹਿ ਗਿਆ, ਬਿਲਕੁਲ ਜੀ ਬਿਲਕੁਲ, ਹੈ ਨਾ। ਇਸ ਕਰਕੇ ਹੋ ਸਕਦਾ ਵੀ ਕੁਝ ਗੱਲਾਂ ਨੂੰ, ਇੱਦਾਂ ਦੀਆਂ ਗੱਲਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਾਂ ਪ੍ਰਸ਼ਾਸਨ ਨੇ ਇਹਨਾਂ ਗੱਲਾਂ ਦੀ ਇਜਾਜ਼ਤ ਨਾ ਦਿੱਤੀ ਹੋਵੇ, ਚਲੋ ਉਹਨਾਂ ਕਿਹਾ ਹੋਵੇ ਇਹ ਕੰਮ ਆਪਣਾ ਨਹੀਂ ਹੈ, ਨਗਰ ਕੀਰਤਨ ਦਾ ਨਹੀਂ ਕਰਾਉਣਾ, ਆਪਾਂ ਨੋਰਮਲ ਜਿਹੜਾ ਵਾ ਉਹ ਜੋੜ ਮੇਲਾ ਆਪਾਂ ਕਰਾਈਏ। ਬਾਕੀ ਆਪਣੇ ਤਾਂ ਨਗਰ ਦੀ ਸਵੀਲ ਦੀ ਸੀਗੀ, ਹਮੇਸ਼ਾ ਹੀ ਹਰ ਸਾਲ ਚੱਲਦਾ ਹੀ ਆ। ਜੀ ਜੀ ਜੀ। ਤੇ ਸਵੀਲ ਦਾ ਠੰਡੇ ਜਲ ਦਾ ਚੱਲਣ ਦਿਆ ਵੀ। ਹਾਂਜੀ ਲੰਗਰ। ਹਾਂਜੀ। ਤੇ ਸਰਪੰਚ ਸਾਹਿਬ ਇੱਕ ਗੱਲ ਮੇਰੇ ਦਿਮਾਗ ਵਿੱਚ ਆਉਂਦੀ, ਜਿਹੜੀ ਵੈਸੇ ਮੈਨੂੰ ਪੁੱਛਣੀ ਤਾਂ ਨਹੀਂ ਚਾਹੀਦੀ ਹੈਗੀ, ਕਿਉਂਕਿ ਪਿਛਲੇ ਮਹੀਨੇ ਵੀ ਤੁਸੀਂ ਅਗਰਾਈ ਕੀਤੀ, ਸਾਧ ਸੰਗਤ ਨੇ ਸਹਿਯੋਗ ਦਿੱਤਾ, NRI ਵੀਰਾਂ ਨੇ ਵੀ ਦਿੱਤਾ ਹੈਗਾ ਆ, ਤੇ ਸੇਵਕਾਂ ਨੇ ਵੀ ਦਿੱਤਾ ਆ, ਵਲੰਟੀਅਰਾਂ ਨੇ ਦਿੱਤਾ ਆ, ਕਲੱਬ ਵਾਲਿਆਂ ਨੇ ਦਿੱਤਾ ਹੈਗਾ ਆ, ਤੇ ਜਿਹਦਾ ਲੋਕਡਾਊਨ ਚੱਲਦਾ ਆ, ਤੇ ਲੋਕਡਾਊਨ ਦੇ ਵਿੱਚ ਤੰਗੀ ਪੇਸ਼ੀ ਵੀ ਜ਼ਰੂਰ ਹੁੰਦੀ ਆ। ਕੀ ਤੁਹਾਨੂੰ ਕੋਈ, ਜਿੱਦਾਂ ਹੁਣ ਤੁਸੀਂ ਜਿਹੜੀ ਅਗਰਾਈ ਕਲੈਕਟ ਕੀਤੀ ਹੈ, ਇਹਦੇ ਵਿੱਚ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਆਈ ਹੈਗੀ, ਜਾਂ ਕਿਸੇ ਨੇ ਗੱਲ ਕਹੀ ਵੀ ਪਿਛਲੇ ਵਾਰੀ ਵੀ ਆਪਾਂ ਛਬੀਲ ਲਾਈ ਆ, ਖਰਚਾ ਤੇ ਅਕਸਰ ਹੁੰਦਾ ਹੀ ਆ ਨਾ, ਕੰਮ ਕੋਈ ਵੀ ਪੈਸੇ ਤੋਂ ਬਿਨਾਂ ਚੱਲਦਾ ਹੈਗਾ, ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਹੋਈ? ਇੱਦਾਂ ਹੁੰਦਾ ਵਾ ਵੀ ਦਿੱਕਤ ਤੇ ਕੋਈ ਨਹੀਂ ਗੀ, ਥੋੜਾ ਜਿਹਾ ਇੱਦਾਂ ਸੀਗਾ ਵੀ ਹਮੇਸ਼ਾ ਜਿਹੜਾ ਆਪਾਂ ਇਹ ਕਰਾਈ ਆਪਾਂ ਲੌਸਮੈਂਟ ਕਰਵਾ ਦਿੰਦੇ ਆ। ਠੀਕ ਹੈ ਜੀ। ਜੋ ਕਿਸੇ ਦਾ ਸਰਦਾ ਪਹੁੰਚਾ ਦਿੰਦੇ ਆ। ਠੀਕ ਹੈ ਜੀ। ਤੇ ਥੋੜਾ ਪ੍ਰਭਾਵ ਤਾਂ ਜ਼ਰੂਰ ਪੈਂਦਾ ਜਦੋਂ ਦੋ ਪ੍ਰੋਗਰਾਮ ਆ ਜਾਣ ਇਕੱਠੇ ਹੀ। ਹਾਂਜੀ ਹਾਂਜੀ। ਹੈ ਨਾ। ਬਾਕੀ ਗੁਰੂ ਘਰ ਤੇ ਕੋਈ ਹੈ ਹੀ ਨਹੀਂ ਆ। ਮੈਂ ਪਿਛਲੀ ਵਾਰੀ ਵੀ ਕਿਹਾ ਸੀਗਾ ਇੰਟਰਵਿਊ 'ਚ, ਹਾਂਜੀ, ਗੁਰੂ ਘਰ ਕਹਿੰਦੇ ਹੁੰਦੇ ਵੀ ਕਿੰਨਾ ਵੀ ਹੋ ਜਾ ਘਾਟਾ ਤਾਂ ਹੈ ਹੀ ਨਹੀਂ, ਹੈ ਨਾ, ਤੇ ਵਾਧੂ ਵਾ ਆਪਣੇ ਕੋਲ, ਜਿੰਨੀ ਮਰਜ਼ੀ ਸੇਵਾ ਆ, ਤਾਂ ਵੀ ਕਹਿੰਦੇ ਹੁੰਦੇ ਸੇਵਾ ਕਰਕੇ ਵੀ ਗੁਰੂ ਘਰ 'ਚੋਂ ਫਲ ਹੀ ਮਿਲਦਾ ਵਾ, ਚੜਾਵੇ ਜਿਹੜੇ ਵਾਧੂ ਹੀ ਹੁੰਦੇ ਆ। ਤੇ ਇਦਾਂ ਦੀ ਕੋਈ ਗੱਲ ਨਹੀਂ, ਸੰਗਤ ਚਾਹੇ ਕਿੰਨੇ ਵੀ ਪ੍ਰੋਗਰਾਮ ਹੋ ਜਾਣ, ਜਿਹਨੇ ਸੇਵਾ ਕਰਨੀ ਉਹਨੇ ਕਰ ਹੀ ਦੇਣੀ ਆ ਜੀ, ਉਹ ਨਹੀਂ ਰੁਕਦਾ। ਤੇ ਜਿਹਨੇ ਨਹੀਂ ਵੀ ਕਰਨੀ, ਮਹਾਰਾਜ ਕੋਈ ਨਹੀਂ, ਜ਼ਰੂਰੀ ਨਹੀਂ ਆਪਾਂ ਆਪਣੀ ਮਾਇਆ ਦੀ ਸੇਵਾ ਕਰਨੀ, ਕੁਛ ਇਦਾਂ ਦੇ ਵੀ ਆਪਣੇ ਪ੍ਰੇਮੀ ਹੈਗੇ ਆ, ਤਨ ਦੇ ਨਾਲ, ਮਨ ਦੇ ਨਾਲ, ਧਨ ਦੇ ਨਾਲ। ਕੋਈ ਇੱਥੇ ਆ ਕੇ ਬਰਤਨਾਂ ਦੀ ਸੇਵਾ ਕਰ ਰਿਹਾ, ਕੋਈ ਜਲ ਵਰਤਾ ਰਿਹਾ, ਇਹ ਵੀ ਸੇਵਾ 'ਚ ਹੀ ਆਉਂਦਾ ਵਾ। ਜ਼ਰੂਰੀ ਨਹੀਂ ਆ ਕਿ ਆਪਾਂ ਉਹਦਾ ਜਿਹੜੀ ਧਨ ਦੀ ਸੇਵਾ ਹੀ ਕਰਨੀ ਆ, ਇਹਦੇ ਲਈ ਵੀ ਚਾਹੀਦੀ ਹੈ ਵੀ ਸੇਵਾ 'ਚ ਹੀ ਆ। ਤੇ ਇਹ ਨਗਰ ਬਹੁਤ ਸਹਿਯੋਗ ਹੀ ਦਿੰਦਾ, ਤੁਹਾਨੂੰ ਪਤਾ, ਹਰ ਵਾਰ ਦੀ ਤਰ੍ਹਾਂ। ਹਾਂਜੀ। ਤੇ ਸਰਪੰਚ ਸਾਹਿਬ ਇੱਕ ਗੱਲ ਮੈਂ ਤੁਹਾਡੇ ਕੋਲ ਹੋਰ ਪੁੱਛਣੀ ਚਾਹੁੰਦਾ ਆ ਕਿ ਇੱਕ ਤਾਂ ਚਲੋ ਆਪਾਂ ਸਮਝਦੇ ਵੀ ਕਰੋਨਾ ਦਾ ਕਰਕੇ ਸਾਧ ਸੰਗਤ ਘੱਟ ਆਈ ਆ, ਤੇ ਦੂਸਰਾ ਜਿੱਦਾਂ ਹੁਣ ਅੱਜ ਕੱਲ੍ਹ ਪ੍ਰੋਗਰਾਮ ਚੱਲਦਾ ਹੈਗਾ ਵੀ ਲੋਕਾਂ ਦੀ ਵਢਾਈ ਦਾ ਕੰਮ ਚੱਲਦਾ ਹੈਗਾ ਆ, ਝੋਨੇ ਦੀ ਕਟਾਈ ਦਾ ਕੰਮ ਚੱਲਦਾ ਹੈਗਾ, ਕਿ ਇਹ ਵੀ ਇੱਕ ਕਾਰਨ ਬਣਦਾ ਵੀ ਸਾਧ ਸੰਗਤ ਇਸ ਵਾਰ ਘੱਟ ਆਈ ਹੈ ਜੀ? ਨਹੀਂ, ਹਾਂਜੀ, ਥੋੜ੍ਹਾ ਬਹੁਤ ਪ੍ਰਭਾਵ ਪੈਂਦਾ, ਪਹਿਲਾਂ ਪੈ ਜਾਂਦਾ। ਇੱਦਾਂ ਵਾ ਜਿਹੜੀ ਦੂਰੋਂ ਸੰਗਤ ਆਈ ਸੀਗੀ, ਉਹ ਜਦੋਂ ਇੱਕ ਹੀ ਮਹੀਨੇ ਦੇ ਵਿੱਚ ਦੋ ਪ੍ਰੋਗਰਾਮ ਇਕੱਠੇ, ਦੋ ਮੇਲੇ ਇੱਕੋ ਥਾਂ ਹੀ ਆ ਜਾਣ। ਹੁਣ ਜਿਹੜਾ ਦੂਰੋਂ ਚੱਲ ਕੇ ਆਇਆ ਸੀ, ਚਾਹੇ ਉਹ ਅੰਮ੍ਰਿਤਸਰ ਚਾਹੇ ਬਠਿੰਡੇ ਤੱਕ ਤੋਂ ਆਇਆ ਵਾ, ਉਹ ਮਹੀਨੇ ਦੇ ਵਿੱਚ ਜਿਹੜਾ ਤਾਂ ਗੁਰੂ ਘਰ ਨਾਲ ਜਿਹਦਾ ਜ਼ਿਆਦਾ ਲਗਾਅ ਵਾ, ਉਹ ਤਾਂ ਭਾਵੇਂ ਪਾਕਿਸਤਾਨ 'ਚ ਬੈਠਾ, ਉਹਨੇ ਤਾਂ ਆ ਹੀ ਜਾਣਾ ਵਾ। ਤੇ ਜਿਹੜਾ ਹੁਣ ਭਾਵੇਂ ਇੱਥੇ ਵੀ ਬੈਠਾ ਵਾ, ਉਹ ਤਾਂ ਥੋੜ੍ਹਾ ਜਿਹਾ ਦਿੱਕਤ ਕਰਦੇ। ਫਿਰ ਝੋਨਿਆਂ ਦੀ ਕਟਾਈ ਵੀ ਚੱਲ ਪਈ ਆ, ਹੈ ਨਾ, ਤੇ ਥੋੜ੍ਹਾ ਜਿਹਾ ਦੂਰ ਵਾਲੇ ਦਾ ਥੋੜ੍ਹਾ ਜਿਹਾ ਔਖਾ ਵਾ। ਫਿਰ ਵੀ ਸੰਗਤ ਬਹੁਤ ਆ, ਜਿੰਨਾ ਵਾ ਹਮਾ ਕੇ ਪਹੁੰਚੀ ਆ। ਪਿਛਲੀ ਵਾਰੀ ਪ੍ਰਸ਼ਾਸਨ ਦੀ ਜਿਹੜੇ ਸੀਗੀ, ਜਿਹਨੂੰ ਕਹਿ ਲਓ ਵੀ ਡਿਊਟੀ ਪ੍ਰਸ਼ਾਸਨ ਘੱਟ ਲੱਗਦਾ ਸੀਗਾ, ਉਸ ਹਿਸਾਬ ਨਾਲ ਪ੍ਰਸ਼ਾਸਨ ਦੀ ਕਮੀ ਵੇਖਦੇ ਹੋਏ ਸਾਨੂੰ ਲੱਗਦਾ ਸੀ ਵੀ ਘੱਟ ਵਾ। ਤੇ ਐਤਕੀ ਪ੍ਰਸ਼ਾਸਨ ਵੱਲੋਂ ਵੀ ਆਪਾਂ ਨੂੰ ਵੱਧ ਚੜ੍ਹ ਕੇ ਸੇਵਾ ਮਿਲ ਰਹੀ ਆ, ਤੇ ਪ੍ਰਸ਼ਾਸਨ ਦੇਖਦੇ ਹੋਏ ਲੱਗਦਾ ਵਾ ਵੀ ਸੰਗਤ ਬਹੁਤ ਪਹੁੰਚੀ ਆ। ਤੇ ਸਰਪੰਚ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਤੁਹਾਨੂੰ ਮੁਬਾਰਕਾਂ
ਕਿਉਂਕਿ ਤੁਹਾਡਾ ਨਗਰ ਦੇ ਵਿੱਚ ਏਕਾ ਬਹੁਤ ਆ ਔਰ ਤੁਸੀਂ ਅਗਰਾਈ ਕਰਕੇ ਛਬੀਲ ਠੰਡੇ ਜਲ ਦੀ ਛਬੀਲ ਕਈ ਤਰ੍ਹਾਂ ਦਾ ਤਿਆਰ ਕੀਤਾ ਆ, ਕਿਉਂਕਿ ਤੁਸੀਂ ਸ਼ਰਬਤ ਵੀ ਤਿਆਰ ਕੀਤਾ ਆ, ਠੰਡਾ ਜਲ ਵੀ ਤਿਆਰ ਕੀਤਾ ਆ ਤੇ ਜਲ ਜੀਰਾ ਵੀ ਤਿਆਰ ਕੀਤਾ ਆ ਤੇ ਬਹੁਤ ਵੱਡੀ ਇਹ ਮਤਲਬ ਸੇਵਾ ਹੈਗੀ ਆ ਤੇ ਮਾਲਕ ਕਿਰਪਾ ਕਰੇ ਤੁਹਾਨੂੰ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਜੀ। ਹੋਰ ਕੁਝ ਕਹਿਣਾ ਚਾਹੁੰਦੇ ਜੀ? ਜੀ ਹਾਂਜੀ ਭਾਜੀ, ਬਹੁਤ ਬਹੁਤ ਤੁਹਾਨੂੰ ਵੀ ਮੁਬਾਰਕਾਂ, ਭੈਣ ਜੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਜਿਹੜਾ ਆਪਾਂ ਇੰਨਾ ਉਪਰਾਲਾ ਕਰਦੇ ਆ, ਸੰਗਤ ਦਾ ਉਤਸ਼ਾਹ ਵਧਾਉਂਦੇ ਆ, ਛੋਟੇ ਛੋਟੇ ਕਲਿੱਕ ਜਿਹੜੇ ਆ ਵੀਡੀਓ ਆਪਾਂ ਬਣਾ ਕੇ ਨੈੱਟ ਤੇ ਪਾਉਂਦੇ ਆ, ਇਹ ਵੀ ਉਪਰਾਲਾ ਜਿਹੜਾ ਵਾ ਨਾ ਕੋਈ ਕਰਦਾ ਵਾ। ਸੰਗਤ ਬਹੁਤ ਤੁਰੀ ਫਿਰਦੀ, ਹਰ ਦੇ ਹੱਥ 'ਚ ਮੋਬਾਈਲ ਫੜਿਆ ਹੋਇਆ ਵਾ ਜੀ ਜੀ। ਮੋਬਾਈਲ ਤੋਂ ਤਾਂ ਵੈਸੇ ਕੋਈ ਫਰੀ ਨਹੀਂਗਾ, ਲੇਕਿਨ ਇੱਦਾਂ ਦਾ ਉਪਰਾਲਾ ਕੋਈ ਜਿਹੜਾ ਵਾ ਕੋਈ ਪਾਉਂਦਾ ਵਾ, ਇਹ ਜਿਹੜਾ ਵਾ ਇੱਦਾਂ ਦਾ ਸੁਨੇਹਾ ਪਹੁੰਚਾਉਣਾ ਸੰਸਾਰ ਦੇ ਅੰਦਰ, ਇਹ ਵੀ ਤੁਹਾਨੂੰ ਭੈਣ ਜੀ ਸ਼ਲਾਘਾ ਜਾਂਦਾ ਵਾ। ਤੁਸੀਂ ਧੰਨਤਾ ਦੇ ਯੋਗ ਆ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਮੇਲੇ ਦੀਆਂ। ਧੰਨਵਾਦ, ਥੈਂਕ ਯੂ। ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ, ਸਾਰੀ ਸੰਗਤ ਦਾ ਵੀ ਧੰਨਵਾਦ। ਤੇ ਆਪਣੇ ਨਾਲ ਭੈਣ ਜੀ ਹੋਣੀ, ਹਾਂਜੀ ਕੋਈ ਗੱਲ ਕਰਨਾ ਚਾਹੁੰਦੇ? ਨੌਜਵਾਨਾਂ ਦੇ ਨਾਲ ਵੀ ਗੱਲ ਕਰ ਲਓ, ਨੌਜਵਾਨਾਂ ਨੂੰ ਵੀ ਪਤਾ ਲੱਗੇ। ਇਹਨਾਂ ਤੋਂ ਪਹਿਲਾਂ ਆਪਣੇ ਨਾਲ ਭਾਜੀ ਹੁਣੀ ਜੁੜੇ ਆ ਤੇ ਆਓ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰੀ। ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਭਾਜੀ ਪਹਿਲਾਂ ਆਪਣਾ ਨਾਮ ਦੱਸੋ ਜੀ। ਮੇਰਾ ਨਾਂ ਜੀ ਅਮਰੀਕ ਸਿੰਘ ਆ ਜੀ। ਤੇ ਅਮਰੀਕ ਸਿੰਘ ਜੀ, ਤੁਸੀਂ ਕੋਈ ਕਮੇਟੀ ਮੈਂਬਰ ਹੋ ਜਾਂ ਕੋਈ ਗ੍ਰਾਮ ਪੰਚਾਇਤ ਦੇ ਵਿੱਚ ਸੇਵਾ, ਤੁਹਾਡੀ ਕੀ ਮਤਲਬ ਸੇਵਾ ਹੈਗੀ ਜੀ ਕਿਹੜੀ? ਵਾਹਿਗੁਰੂ ਜੀ, ਇਦਾਂ ਵੀ ਕਮੇਟੀ ਦੇ ਮੈਂਬਰ ਵੀ ਆ ਜੀ ਤੇ ਸੇਵਾ ਦਿੱਤੀ ਸੰਗਤ ਨੇ ਪ੍ਰਧਾਨਗੀ ਦੀ, ਪਰ ਮੈਂ ਪ੍ਰਧਾਨ ਬਣ ਕੇ ਸੇਵਾ ਨਹੀਂ ਕਰਨਾ ਚਾਹੁੰਦਾ। ਮੈਂ ਤਾਂ ਇੱਕ ਨਿਮਾਣਾ ਜਿਹਾ ਸੇਵਾਦਾਰ ਬਣ ਕੇ ਸੇਵਾ ਕਰਨੀ ਚਾਹੁੰਦਾ ਵਾਂ। ਠੀਕ ਹੈ ਜੀ। ਤੇ ਸੇਵਾ ਕਰਦੇ ਆ ਬਸ। ਠੀਕ। ਤੇ ਪ੍ਰਧਾਨ ਸਾਹਿਬ, ਕਿਉਂਕਿ ਪ੍ਰਧਾਨ ਦੇ ਉੱਪਰ ਸਾਰਾ ਡਿਪੈਂਡ ਕਰਦਾ ਆ, ਕਿਉਂਕਿ ਜੋ ਪ੍ਰਧਾਨ ਸਾਹਿਬ ਨੇ ਸਾਨੂੰ ਮਤਲਬ ਸਾਨੂੰ ਰਸਤਾ, ਸਾਨੂੰ ਮਤਲਬ, ਕਿਉਂਕਿ ਇੱਕ ਹੈੱਡ ਹੁੰਦਾ ਆ, ਇੱਕ ਇੰਜਣ ਹੁੰਦਾ ਆ। ਜੇ ਇੰਜਣ ਦੇ ਪਿੱਛੇ ਰੇਲ ਗੱਡੀ ਲਾ ਕੇ ਤੇ ਜਿੱਧਰ ਨੂੰ ਮਰਜ਼ੀ ਇੰਜਣ ਦਾ ਮੂੰਹ ਹੋ ਜਾਵੇ ਉਧਰ ਨੂੰ ਚੱਲ ਜਾਂਦੀ ਆ। ਤੇ ਮੈਨੂੰ ਪਤਾ ਕਿ ਜਿਹੜਾ ਤੁਹਾਡੇ ਨਾਲ ਸਾਰੇ ਜਿਹੜੇ ਪੰਚਾਇਤ ਵਾਲੇ ਉਹ ਵੀ ਸਹਿਮਤ ਆ ਔਰ ਸਾਰਾ ਕਲੱਬ ਵੀ ਤੁਹਾਡੇ ਨਾਲ ਸਹਿਮਤ ਹੈਗਾ ਆ। ਤੇ ਤੁਹਾਨੂੰ ਇਸ ਵਾਰ ਕੋਈ ਦਿੱਕਤ ਤਾਂ ਨਹੀਂ ਆਈ ਜੀ? ਕੋਈ ਸਾਨੂੰ ਦਿੱਕਤ ਨਹੀਂ ਆਈ। ਜਿਹੜਾ ਤੁਸੀਂ ਗੱਲ ਕਰ ਰਹੇ ਆ, ਕੋਈ ਪ੍ਰਧਾਨ ਹੈ ਜਾਂ ਸਾਡੇ ਮੈਂਬਰ ਆ ਜਾਂ ਸਾਡੇ ਬੱਚੇ ਜਿੰਨੇ ਕਲੱਬ ਦੇ ਆ, ਇਹ ਸਾਰਿਆਂ ਦੇ ਸਹਿਯੋਗ ਦੇ ਨਾਲ ਜਿਹੜੀ ਹੀ ਤੇ ਸੇਵਾ ਕਰਦੇ ਆ। ਕੋਈ ਪ੍ਰਧਾਨ ਬਣ ਕੇ ਜਾਂ ਕੋਈ ਮੈਂਬਰ ਬਣ ਕੇ ਜਾਂ ਕੋਈ ਸਰਪੰਚ ਬਣ ਕੇ ਨਹੀਂ ਅਸੀਂ ਸੇਵਾ ਕਰਦੇ। ਉਹ ਇੱਕ ਅਸੀਂ ਗੁਰੂ ਦੇ ਸਿੰਘ ਬਣ ਕੇ ਅਸੀਂ ਸੇਵਾ ਕਰਦੇ ਨਿਮਾਣੇ ਹੋ ਕੇ। ਤੇ ਪ੍ਰਧਾਨ ਸਾਹਿਬ, ਭੈਣ ਜੀ ਹੁਣੀ ਤੁਹਾਡੇ ਨਾਲ ਕੋਈ ਗੱਲ ਕਰਨਾ ਚਾਹੁੰਦੇ ਆ ਜੀ? ਹਾਂਜੀ, ਪੁੱਛਣਾ ਚਾਹੁੰਦੇ ਜੀ। ਜੀ, ਤੇ ਪਿੰਡ ਦੇ ਪ੍ਰਧਾਨ ਨੇ ਕਿ ਕਮੇਟੀ ਦੇ ਪ੍ਰਧਾਨ ਨੇ? ਕਮੇਟੀ ਦੇ ਪ੍ਰਧਾਨ ਵੀ ਹੈ ਜੀ। ਤੇ ਭਾਜੀ ਇੱਕ ਚੀਜ਼ ਹੁੰਦੀ ਹੈ ਕਿ ਜਦੋਂ ਆਪਾਂ ਕਿਸੇ ਸਮਾਗਮ ਨੂੰ ਲੈ ਕੇ ਸੋਚਦੇ ਆ ਨਾ ਗੱਲ ਵੀ ਆ ਸਮਾਗਮ ਆਪਾਂ ਕਰਨਾ ਆ, ਪਰ ਉੱਥੇ ਸਭ ਤੋਂ ਵੱਡਾ ਸਵਾਲ ਮੈਨੇਜਮੈਂਟ ਦਾ ਹੁੰਦਾ ਆ। ਭਾਵ ਕਿਹੜੇ ਬੰਦੇ ਦੀ ਕਿੱਥੇ ਡਿਊਟੀ ਲਾਉਣੀ ਹੈ, ਕਿੰਨੇ ਸਮੇਂ ਤੱਕ ਉਹਨੇ ਡਿਊਟੀ ਕਰਨੀ ਆ, ਤੇ ਨਿਗਰਾਨੀ ਲਈ ਵੀ ਖਜ਼ਾਨਚੀ, ਸਾਰਿਆਂ ਦੀ ਵੱਖ-ਵੱਖ ਤੇ ਆਪਣੇ ਨੌਜਵਾਨ ਬਜ਼ੁਰਗ ਤੇ ਸਾਰੇ ਕਿਵੇਂ ਉਹ ਮੈਨੇਜ ਕਰਦੇ? ਪਹਿਲਾਂ ਕੋਈ ਮੀਟਿੰਗ ਕਰਦੇ ਆ ਜਾਂ ਕਿਵੇਂ ਕਰਦੇ ਹੋ? ਇੱਕ ਜਿਹੜੀ ਡਿਊਟੀ ਆਪਾਂ ਲਾਉਂਦੇ ਆ, ਜਦੋਂ ਪਹਿਲਾਂ ਅਸੀਂ ਇੱਕ ਥਾਂ ਇਕੱਠੇ ਹੋ ਕੇ ਸਾਰਿਆਂ ਨੂੰ ਇੱਕ ਦੱਸ ਦਈਦਾ ਵੀ ਆਪਾਂ ਉੱਥੇ ਜਿਹੜੀ ਸੇਵਾ 2 ਦਿਨ ਵਾਸਤੇ ਸੇਵਾ ਸਾਨੂੰ ਮਿਲੀ ਆ, ਉਹ ਸੇਵਾ ਕਰੀਦੀ ਆ। ਜਿੱਦਾਂ ਸਾਡੇ ਨਾਲ ਬੱਚੇ ਬੀਬੀਆਂ ਆਈ ਜਾਂਦੀਆਂ, ਕਈ ਵਾਰਾਂ ਕੁਛ ਵਿੱਚੋਂ ਥਕਾਵਟ ਵੀ ਹੋ ਜਾਂਦੀ ਆ, ਕੁਛ ਟਾਈਮ ਗੁਰਦੁਆਰੇ ਮੱਥਾ ਟੇਕਣ ਚਲ ਜਾਂਦੇ ਆ, ਕੁਛ ਘੁੰਮ ਫਿਰ ਆਉਂਦੇ, ਕੁਛ ਨੂੰ ਜਦ ਨੂੰ ਹੋਰ ਸੰਗਤ ਆ ਜਾਂਦੀ ਆ, ਕੁਛ ਬਾਹਰੋਂ ਵੀ ਸੰਗਤ ਆ ਜਾਂਦੀ ਆ। ਉਹ ਵੀ ਦੇਖ ਕੇ ਬੀਬੀਆਂ ਬੈਠੀਆਂ ਨਾਲ ਸੇਵਾ ਬੀਬੀਆਂ ਵੀ ਕਰਵਾਉਣ ਲੱਗ ਜਾਂਦੀਆਂ ਵਾ। ਜਦੋਂ ਬੀਬੀਆਂ ਸੇਵਾ ਕਰਦੀਆਂ ਉਦੋਂ ਬੱਚਿਆਂ ਨੂੰ ਜਾਂ ਅਸੀਂ ਆਪ ਭਾਂਡਿਆਂ ਦੀ ਸੇਵਾ ਕਰਨ ਲੱਗ ਜਾਈਦਾ ਵਾ। ਤੇ ਇਦਾਂ ਤਾਂ ਕਰਕੇ ਸਾਰੇ ਸਹਿਯੋਗ ਦੇ ਨਾਲ ਹੀ ਇਹ ਸੇਵਾ ਹੁੰਦੀ ਹੈ। ਤੇ ਅਮਰੀਕ ਸਿੰਘ ਜੀ, ਇੱਕ ਗੱਲ ਮੇਰੇ ਮਨ ਵਿੱਚ ਆਉਂਦੀ ਹੈ ਕਿ ਤੁਸੀਂ ਬਾਹਰ ਫੋਰਨ ਦੇ ਵਿੱਚ ਵੀ ਰਹਿ ਕੇ ਆਏ, ਕੈਨੇਡਾ ਦੇ ਵਿੱਚ ਵੀ ਰਹਿ ਕੇ ਆਏ ਆ। ਹਾਂਜੀ, ਬਿਲਕੁਲ ਜੀ। ਤੇ ਲਗਭਗ 13-14 ਸਾਲ ਤੁਸੀਂ ਕੈਨੇਡਾ ਦੇ ਵਿੱਚ ਰਹੇ ਆ, ਉੱਥੋਂ ਦਾ ਵਾਤਾਵਰਨ ਦੇਖਿਆ ਤੇ ਉੱਥੋਂ ਦਾ ਮਾਹੌਲ ਦੇਖਿਆ। ਤੁਹਾਨੂੰ ਪੰਜਾਬ ਦੇ ਮਾਹੌਲ ਵਿੱਚ ਤੇ ਉਧਰਲੇ ਮਾਹੌਲ ਵਿੱਚ ਕੋਈ ਫਰਕ ਲੱਗਾ, ਜਾਂ ਉੱਥੋਂ ਦੀ ਸੰਗਤ ਜਾਂ ਉੱਥੋਂ ਦੇ ਇੰਤਜ਼ਾਮ ਵਿੱਚ ਕੋਈ ਇਦਾਂ ਦਾ ਤੁਹਾਨੂੰ ਫਰਕ ਲੱਗਦਾ ਜੀ? ਦੇਖੋ ਜੀ, ਜਿਹੜੀਆਂ ਉਹ ਕੰਟਰੀਆਂ ਬਾਹਰ ਵਾਲੀਆਂ, ਹਾਂਜੀ, ਉਹ ਆਪਣੇ ਤੋਂ ਬਹੁਤ ਅੱਗੇ ਨੇ ਜੀ। ਪਰ ਜਿਹੜੇ ਵਾਤਾਵਰਨ ਵੀ ਉਹ ਸਾਫ਼ ਬਹੁਤ ਆ। ਪਰ ਜਿਹੜਾ ਆਪਣਾ ਜੰਪਲ ਇੱਥੇ ਦਾ ਸਾਨੂੰ ਯਾਦਾਂ ਇਹੀ ਆਉਂਦੀਆਂ, ਚਾਹੇ ਸਾਡੀ ਕੰਟਰੀ ਦੇ ਵਿੱਚ ਕੁਛ ਵੀ ਆ। ਅਸੀਂ ਇਹਨੂੰ ਕਹਿੰਦੇ ਹੁੰਦੇ ਵੀ ਜਿਹੜੇ ਮੁਲਕ ਦੇ ਵਿੱਚ ਜਾਈਏ ਉਹਨੂੰ ਮਾੜਾ ਨਹੀਂ ਕਹਿਣਾ ਚਾਹੀਦਾ। ਤੇ ਜੇ ਅਸੀਂ ਕੈਨੇਡਾ ਗਏ ਆ, ਅਸੀਂ ਉੱਥੇ ਵੀ ਉਹਨਾਂ ਨੂੰ ਵੀ ਬਹੁਤ ਵਧੀਆ ਤੇ ਧੰਨਵਾਦੀ ਕਰਕੇ ਆਏ ਆ। ਜੇ ਅਸੀਂ ਅਮਰੀਕਾ ਗਏ ਆ ਤੇ ਅਮਰੀਕਾ ਵਾਲਿਆਂ ਦਾ ਵੀ ਬਹੁਤ ਵਧੀਆ ਧੰਨਵਾਦ ਕਰਕੇ ਆਏ ਆ। ਤੇ ਜੇ ਇੰਗਲੈਂਡ ਗਿਆ ਤੇ ਇੰਗਲੈਂਡ ਵਾਲਿਆਂ ਦਾ ਵੀ ਸਿਸਟਮ ਦੇਖ ਕੇ ਆਇਆ, ਉਹਨਾਂ ਦਾ ਵੀ ਜੋ ਹੈਗਾ ਉਹਨਾਂ ਦੀ ਕੰਟਰੀ ਦਾ ਬਹੁਤ ਵਧੀਆ ਉਪਰਾਲਾ ਵਾ। ਪਰ ਜੇ ਅਸੀਂ ਆਪਦੀ ਕੰਟਰੀ ਦਾ ਦੇਖਦੇ ਹਾਂ, ਸਾਡਾ ਜਿੱਦਾਂ ਕਦਾ ਵੀ ਹੈਗਾ, ਅਸੀਂ ਆਪਣੀ ਕੰਟਰੀ ਨੂੰ ਮਾੜਾ ਨਹੀਂ ਕਹਿ ਰਹੇ। ਜੋ ਹੋ ਰਿਹਾ ਉਹ ਸਭ ਨੂੰ ਪਤਾ ਹੀ ਆ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਚਾਹੇ ਸਾਡਾ ਪੰਜਾਬ ਬਹੁਤ ਵਧੀਆ ਵਾ, ਅਸੀਂ ਇਹਨੂੰ ਵਧੀਆ ਹੀ ਕਹਾਂਗੇ। ਚਾਹੇ ਭਾਵੇਂ ਕੁਛ ਵੀ ਮਾੜਾ ਕਹੀ ਜਾਂਦੇ, ਕੋਈ ਕਹਿੰਦੇ, ਪਰ ਅਸੀਂ ਇਹਨੂੰ ਨਹੀਂ ਮਾੜਾ ਕਹਾਂਗੇ, ਅਸੀਂ ਚੰਗਾ ਹੀ ਕਹਾਂਗੇ। ਕਿਉਂ ਅਸੀਂ ਇੱਥੇ ਰਹਿ ਰਹੇ ਹਾਂ, ਇੱਥੋਂ ਦਾ ਵਾਤਾਵਰਨ ਅਸੀਂ ਜਿਹੜਾ ਲੈ ਰਹੇ ਹਾਂ, ਜੋ ਪਾਣੀ
ਵੀ ਹੈ ਠੀਕ ਆ ਵੀ ਪਾਣੀ ਵੀ ਮਾੜੇ ਹੋ ਗਿਆ, ਵਾਤਾਵਰਨ ਵੀ ਮਾੜਾ ਹੋ ਗਿਆ, ਪਰ ਉਹ ਅਸੀਂ ਸਹਿਯੋਗ ਦੇਵਾਂਗੇ। ਅਸੀਂ ਇਹਨੂੰ ਚੰਗਾ ਬਣਾ ਸਕਦੇ, ਅਸੀਂ ਇਹਨੂੰ ਮਾੜਾ ਬਣਾ ਸਕਦੇ ਜੀ। ਤੇ ਪ੍ਰਧਾਨ ਸਾਹਿਬ ਇੱਕ ਮੈਂ ਤੁਹਾਨੂੰ ਆਖਰੀ ਸਵਾਲ ਕਰਨਾ ਚਾਹੁੰਦਾ ਕਿ ਜਿੱਦਾਂ ਇੱਥੇ ਸਮਾਗਮ ਆਪਾਂ ਮਨਾਉਂਦੇ ਆ, ਜਿੱਦਾਂ ਆਪਾਂ ਭਾਈ ਲਾਲੂ ਜੀ ਦੇ ਜਾਂ ਬੋਲੀ ਸਾਹਿਬ ਦੇ ਸਾਲਾਨਾ ਜੋੜ ਮੇਲਾ ਮਨਾ ਰਹੇ ਆ, ਕਿ ਉਧਰ ਵੀ ਸਾਧ ਸੰਗਤ ਇਦਾਂ ਕੋਈ ਸਮਾਗਮ ਜਾਂ ਗੁਰਪੁਰਬ ਇਕੱਤਰ ਹੋ ਕੇ ਇੱਥੋਂ ਦੀ ਸਾਧ ਸੰਗਤ ਮਨਾਉਂਦੀ ਆ? ਕਿਸ ਤਰ੍ਹਾਂ ਕੋਈ ਹੈ ਸਿਸਟਮ ਉੱਥੇ? ਹਾਂਜੀ ਹਾਂਜੀ ਬਿਲਕੁਲ ਜੀ। ਉੱਥੇ ਗੁਰਦੁਆਰੇ ਸਾਹਿਬ ਇਦਾਂ ਹੀ ਆ, ਵਿਸਾਖੀ ਤੇ ਬਹੁਤ ਸੰਗਤ ਜ਼ਿਆਦਾ ਇਕੱਠੀ ਹੁੰਦੀ ਆ। ਵਿਸਾਖੀ ਦਾ ਜਿਹੜਾ ਨਾ ਜੋੜ ਮੇਲਾ ਉੱਥੇ ਸਭ ਤੋਂ ਜ਼ਿਆਦਾ ਮਨਾਇਆ ਜਾਂਦਾ ਕੈਨੇਡਾ ਦੇ ਵਿੱਚ। ਬਾਕੀ ਹੋਰ ਗੁਰਦੁਆਰਾ ਸਾਹਿਬ ਦੇ ਵਿੱਚ ਇੱਕੋ ਵਿਸਾਖੀ ਦਾ ਪ੍ਰੋਗਰਾਮ ਜ਼ਿਆਦਾ ਮਨਾਉਂਦੇ ਆ। ਬਾਕੀ ਸੰਗਤਾਂ ਸ਼ਨੀਚਰ ਐਤਵਾਰ ਨੂੰ ਜ਼ਿਆਦਾ ਆਉਂਦੀਆਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਜਾਈ ਜਾਂਦੀਆਂ। ਇੱਦਾਂ ਹੀ ਲੰਗਰ ਪਾਣੀ ਚੱਲਦੇ ਰਹਿੰਦੇ। ਆਪਣੇ ਬਹੁਤ ਗੁਰਸਿੱਖ ਔਰ ਬੱਚੇ ਵੀ ਇਸ ਚੀਜ਼ ਤੇ ਲੈਣ ਤੇ ਬਹੁਤ ਲੱਗੇ ਹੋਏ ਆ। ਤੇ ਪ੍ਰਧਾਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਨਾਲ ਹੀ ਤੁਹਾਨੂੰ ਮੁਬਾਰਕਾਂ। ਤੁਸੀਂ ਇੱਡਾ ਵਧੀਆ ਇੰਤਜ਼ਾਮ ਕੀਤਾ। 1 ਮਹੀਨੇ ਦੇ ਵਿੱਚ 2 ਵਾਰੀ ਛਬੀਲ ਲਾਤੀ ਆ ਔਰ ਸਾਧ ਸੰਗਤ ਨੂੰ ਮਿੱਠਾ ਠੰਡਾ ਜਲ ਛਕਾਇਆ ਆ, ਕਿਉਂਕਿ ਪ੍ਰਸ਼ਾਦਾ ਛਕਣ ਤੋਂ ਬਾਅਦ ਜਦੋਂ ਆਪਾਂ ਠੰਡਾ ਜਲ ਛਕੀਏ ਤੇ ਮਨ ਨੂੰ ਸ਼ਾਂਤੀ ਆ ਜਾਂਦੀ ਆ। ਜਦੋਂ ਸ਼ਾਂਤੀ ਆਉਂਦੀ ਆ ਤਾਂ ਉਦੋਂ ਸਾਡੇ ਵਿਚਾਰ ਠੰਡੇ ਹੋ ਜਾਂਦੇ ਆ, ਸਾਨੂੰ ਮਤਲਬ ਉਸ ਪਰਮਾਤਮਾ ਦੀ ਸੋਝੀ ਵੀ ਆਉਂਦੀ ਆ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਇੱਕ ਵਾਰੀ ਫਿਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਨਗਰ ਨੂੰ। ਹਾਂਜੀ ਕੁਝ ਕਹਿਣਾ ਚਾਹੁੰਦੇ ਜੀ? ਹਾਂਜੀ ਇੱਕ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦੇ, ਤੁਸੀਂ ਗੱਲ ਕੀਤੀ ਸਰਪੰਚ ਸਾਹਿਬ ਨਾਲ ਜੀ ਵੀ ਕਮੇਟੀ ਵਾਲੇ ਤੁਹਾਡੇ ਨਾਲ ਕੋਈ ਸੰਪਰਕ ਕਰਦੇ ਆ ਜ਼ਰੂਰ ਸਾਡੇ ਨਾਲ। ਜਦੋਂ ਇਸ ਮੇਲੇ ਤੋਂ 15 ਦਿਨ ਪਹਿਲਾਂ ਸਾਨੂੰ ਫੋਨ ਵੀ ਕਰਦੇ ਆ, ਫਿਰ ਔਰ ਇੱਥੇ ਸਾਰੇ ਹੀ ਇਕੱਠੇ ਹੋ ਕੇ ਸਲਾਹ ਮਸ਼ਵਰਾ ਕਰਦੇ ਆ ਵੀ ਕਿਹਦੀ ਕਿੱਦਾਂ ਡਿਊਟੀ ਆ। ਜੇ ਕਿਸੇ ਦਾ ਚਾਹ ਦਾ ਲੰਗਰ ਆ ਜਾਂ ਛਬੀਲ ਦਾ ਲੰਗਰ ਆ ਜਾਂ ਕਿਸੇ ਦਾ ਉੱਦਾਂ ਹੀ। ਹਾਂਜੀ ਹਾਂਜੀ ਕਿਹਨੇ ਕਿੱਥੇ ਲਾਉਣਾ, ਕਿਵੇਂ ਉਹ ਸਾਡਾ ਪੂਰਾ ਪ੍ਰਬੰਧ ਕਰਦੇ ਔਰ ਸਾਨੂੰ ਉਹ ਸੁਨੇਹਾ ਦਿੰਦੇ ਵੀ ਤੁਹਾਡੀ ਜਿਹੜੀ ਡਿਊਟੀ ਆ ਉਹ ਤੁਸੀਂ ਆਪਣੀ ਡਿਊਟੀ ਨਿਭਾਓ। ਤੇ ਪ੍ਰਧਾਨ ਸਾਹਿਬ ਜੀ ਅਮਰੀਕ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਹਾਨੂੰ ਮੁਬਾਰਕਾਂ ਆ ਕਿ ਮਾਲਕ ਚੜ੍ਹਦੀਆਂ ਕਲਾਂ ਵਿੱਚ ਰੱਖੇ। ਇਸੇ ਤਰ੍ਹਾਂ ਹੀ ਤੁਸੀਂ ਇਕੱਤਰ ਹੋ ਕੇ ਏਕੇ ਨਾਲ ਸ਼ਾਂਤੀ ਦੇ ਨਾਲ ਲਾਉਂਦੇ ਰਹੋ ਤੇ ਮਾਲਕ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਓ। ਤੇ ਹੁਣ ਸਾਡੇ ਭੈਣ ਜੀ ਹੁਣੀ ਨੌਜਵਾਨਾਂ ਦੇ ਨਾਲ ਗੱਲਬਾਤ ਕਰਨਗੇ, ਕਿਉਂਕਿ ਉਹਨਾਂ ਦੀ ਮਨ ਦੀ ਇੱਛਾ ਕਿ ਉਹਨਾਂ ਦੇ ਨਾਲ ਗੱਲਬਾਤ ਇਹਨਾਂ ਨੇ ਕਰਨੀ ਹੈਗੀ ਆ। ਤੇ ਜਿਹੜੇ ਆਪਣੇ ਕਲੱਬ ਦੇ ਪ੍ਰਧਾਨ ਸਾਹਿਬ ਆ ਉਹ ਪਲੀਜ਼ ਕਿਰਪਾ ਕਰਕੇ ਅੱਗੇ ਆ ਜਾਓ ਜੀ। ਆ ਜਾਓ ਜੀ, ਆ ਜਾਓ। ਤੇ ਬਾਕੀਆਂ ਨਾਲ ਵੀ ਗੱਲਾਂ ਬਾਤਾਂ ਕਰਦੇ ਆ ਜੇ ਕੋਈ ਕਰਨਾ ਚਾਹੁੰਦਾ। ਤੇ ਹਾਂਜੀ ਭੈਣ ਜੀ। ਭਾਜੀ ਇਕੱਲੇ ਇੱਕ ਮੈਂਬਰ ਦੇ ਨਾਲ ਨਹੀਂ, ਕਲੱਬ ਦੇ ਵਿੱਚ ਸਾਰੇ ਮੈਂਬਰ ਜਿੰਨੇ ਵੀ ਆ ਨੌਜਵਾਨ, ਉਹਨਾਂ ਦਾ ਹਲਕਾ ਯੋਗਦਾਨ ਦੇ ਨਾਲ ਪੂਰੀ ਟੀਮ ਜਿਹੜੀ ਬਣਦੀ ਆ। ਤੇ ਜੇ ਅਸੀਂ ਇੱਕ ਨੂੰ ਕਹਿ ਕੇ ਬਾਕੀ ਸਾਰਿਆਂ ਨੂੰ ਨਹੀਂ ਦੇਖਾਂਗੇ ਤੇ ਸਾਰਿਆਂ ਦੇ ਨਾਲ ਗੱਲ ਨਹੀਂ ਕਰਾਂਗੇ ਫੇ ਬਹੁਤ ਗਲਤ ਗੱਲ ਹੋ ਜੂਗੀ ਨਾ। ਜੀ ਕਿਉਂਕਿ ਇਹ ਡਿਊਟੀ ਤੁਹਾਨੂੰ ਦੇਣੀ, ਵਿੱਚੋਂ ਵਿੱਚ ਮੈਂ ਪ੍ਰਸ਼ਨ ਕਰਦੀ ਰਹਾਂ। ਲਓ ਜੀ। ਤੇ ਸਭ ਤੋਂ ਪਹਿਲਾਂ ਆਪਣੇ ਕੋਲ ਇਸ ਬਿਲਕੁਲ ਜੀ, ਸਭ ਤੋਂ ਪਹਿਲਾਂ ਟੀ-ਸ਼ਰਟਾਂ ਦੇਖੋ ਜੀ। ਸ਼ੇਰੇ ਪੰਜਾਬ ਹੈਲਥ ਕਲੱਬ ਪਿੰਡ ਵਾੜਾ ਜਗੀਰ। ਵਾਹ ਜੀ ਵਾਹ, ਕਿਆ ਹੀ ਬਾਤਾਂ। 21 ਇੱਥੇ ਲਿਖਿਆ ਵਾੜਾ ਜਗੀਰ, ਬੋਲਿਆ ਬਾੜਾ ਜਗੀਰ ਜਾਂਦਾ। ਬਾੜਾ ਬੱਬੇ ਨੂੰ ਕੰਨਾ ਤੇ ਰਾੜੇ ਨੂੰ ਕੰਨਾ। ਤੇ ਉੱਥੇ ਵਾੜਾ ਕਾਹਤੋਂ ਬੋਲਿਆ ਜਾਂਦਾ ਫਿਰ? ਬਾੜਾ ਹੀ ਉੱਥੇ ਬੱਬਾ ਹੀ ਆ। ਨਹੀਂ, ਉੱਥੇ ਆਮ ਬੋਲ ਚਾਲ ਦੀ ਭਾਸ਼ਾ ਦੇ ਵਿੱਚ ਵਾੜਾ ਬੋਲਿਆ ਜਾਂਦਾ। ਚਲੋ ਇਹ ਸਮਝ ਲੱਗਦੀ ਆ ਕਿ ਵਾਵੇ ਨਾਲ ਤੇ ਜਾਂ ਬੱਬੇ ਨਾਲ ਬਾੜਾ ਜਗੀਰ ਹੀ ਬਣਦਾ ਹੈਗਾ ਆ। ਤੇ ਪ੍ਰਧਾਨ ਸਾਹਿਬ ਆਪਣੇ ਨਾਲ ਜੁੜੇ ਆ ਜੀ, ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ। ਪ੍ਰਧਾਨ ਸਾਹਿਬ ਜੀ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਔਰ ਇਸ ਕਰਕੇ ਮੈਂ ਵੀ ਦੇ ਰਿਹਾ ਕਿ ਭਾਈ ਲਾਲੂ ਜੀ ਦੇ ਜਿਹੜਾ ਆਪਾਂ ਇਹ ਸਾਲਾਨਾ ਜੋੜ ਮੇਲਾ ਮਨਾ ਰਹੇ ਆ, ਇਸ ਕਰਕੇ ਵੀ ਦੇ ਰਹੇ ਆ ਕਿ ਤੁਹਾਡੇ ਨਾਲ ਨੌਜਵਾਨ ਜੁੜੇ ਆ, ਤੁਹਾਡਾ ਕਲੱਬ ਜੁੜਿਆ ਆ। ਇਹਨਾਂ ਨੂੰ ਜੋੜਨ ਵਾਸਤੇ ਤੁਹਾਨੂੰ ਕਿੰਨੀ ਕੁ ਮਸ਼ੱਕਤ ਕਰਨੀ ਪਈ? ਸਭ ਤੋਂ ਪਹਿਲਾ ਸਵਾਲ ਮੇਰਾ ਇਹ ਹੈ ਜੀ। ਸਤਿ ਸ੍ਰੀ ਅਕਾਲ ਜੀ ਤੁਹਾਡੀ ਸਾਰੀ ਟੀਮ ਨੂੰ ਮੇਰੇ ਵੱਲੋਂ। ਥੋੜਾ ਉੱਚੀ ਬੋਲੋ ਜੀ ਪ੍ਰਧਾਨ ਸਾਹਿਬ, ਥੱਕ ਗਏ ਲੱਗਦੇ ਸੇਵਾ ਕਰਦੇ ਹੈ। ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਤੁਹਾਡੀ ਸਾਰੀ ਟੀਮ ਨੂੰ। ਇਹ ਮਸ਼ੱਕਤ ਵੀ ਜਿੱਦਾਂ ਮੁੰਡੇ ਸਾਰੇ ਨਾਲ ਸਹਿਮਤ ਰਹਿੰਦੇ ਆ। ਡਰ ਲੱਗਦਾ। ਅੱਛਾ, ਡਰ ਲੱਗਦਾ ਮੁੰਡਿਆਂ ਕੋਲੋਂ ਕਿ ਸਾਡੇ ਕੋਲੋਂ ਜੀ? ਬੋਲਣ ਤਾਂ ਕੋਈ ਗੱਲ ਨਹੀਂ, ਆਪਾਂ ਕੋਈ ਗੱਲ ਨਹੀਂ, ਮੁਬਾਰਕਾਂ ਦੇ ਦਿਓ, ਸਾਨੂੰ ਦੇ ਦਿਓ, ਇਹਨਾਂ ਦੇ ਦਿਓ। ਬਹੁਤ ਬਹੁਤ ਮੁਬਾਰਕਾਂ ਜੀ ਮੇਲੇ ਦੀਆਂ ਸਾਰੀ ਸੰਗਤ ਨੂੰ ਤੇ ਤੁਹਾਨੂੰ ਵੀ ਤੁਹਾਡੀ ਟੀਮ ਨੂੰ ਵੀ। ਤੇ ਮੇਰੇ ਨਾਲ ਹੋਰ ਵੀ ਨੌਜਵਾਨ ਜੁੜੇ ਆ। ਤੇ ਗੱਲ ਹੋਰ ਵੀ ਆ, ਕਿਉਂਕਿ ਨੌਜਵਾਨ ਜਿਹੜਾ ਦੇਸ਼ ਦਾ ਭਵਿੱਖ ਹੁੰਦਾ ਨਾ, ਜੇ ਉਹ ਕੋਈ ਕੰਮ ਕਰਦੇ ਆ ਤਾਂ ਸਾਰੇ ਮਗਰ ਵੀ ਲੱਗਦੇ ਆ, ਹਨਾ। ਤੇ ਜੇ ਇਹ ਹੀ ਕੰਨੀ ਵੱਟਣਗੇ ਤਾਂ ਫਿਰ ਬਹੁਤ ਔਖਾ ਨਾ। ਹੁਣ ਤੁਹਾਡੇ ਪਿੰਡ ਦੇ ਵਿੱਚ ਖੇਤੀਬਾੜੀ ਨੂੰ ਲੈ ਕੇ ਵੀ ਨੌਜਵਾਨਾਂ ਦੀ ਬਹੁਤ ਜ਼ਿਆਦਾ ਯੋਗਦਾਨ ਹੈ ਨਾ। ਫਿਰ ਆਪਾਂ ਪ੍ਰਧਾਨ ਸਾਹਿਬ ਨੂੰ ਪੁੱਛ ਲਈਏ ਕਿ ਝੋਨੇ ਦੀ ਪਰਾਲੀ ਤੇ ਕਣਕ ਦੇ ਨਾੜ ਨੂੰ ਕਿੰਨੀ ਕੁ ਅੱਗ ਲਾਉਂਦੇ ਨੇ? ਹਾਂਜੀ ਪ੍ਰਧਾਨ ਸਾਹਿਬ, ਇਹ ਸਵਾਲ ਹੁਣ ਤੁਹਾਡੇ ਤੇ ਆ ਗਿਆ ਆ ਕਿ ਆਪਾਂ ਇਸ ਵਾਰ ਪਰਾਲੀ ਨੂੰ ਅੱਗ ਨਹੀਂ ਲਾਉਣੀ, ਕਿਉਂਕਿ ਉਹਨਾਂ ਵਾਤਾਵਰਨ ਖਰਾਬ ਹੁੰਦਾ ਆ। ਅੱਗੇ ਸਾਡੀ ਸਰਕਾਰ ਵੀ ਰੋਕਦੀ ਆ ਤੇ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਵਾਲੇ ਉਹ ਵੀ ਰੋਕਦੇ ਹੈਗੇ ਆ। ਤੇ ਤੁਸੀਂ ਕਿੰਨਾ ਕੁ ਪ੍ਰੇਰਿਤ ਕਰਦੇ ਆ ਵੀ ਪਰਾਲੀ ਨੂੰ ਅੱਗ ਲਾਉਣ ਤੋਂ, ਮਤਲਬ ਕਿੰਨਾ ਕੁ ਕਹਿ ਰਹੇ ਹੈਗੇ ਆ ਵੀ ਨਹੀਂ ਲਾਉਣੀ ਚਾਹੀਦੀ? ਆਪਣੇ ਨੌਜਵਾਨਾਂ ਨੂੰ ਜਾਂ ਆਪਣੇ ਘਰਦਿਆਂ ਨੂੰ ਜਾਂ ਆਪਣੇ ਆਂਢੀ ਗੁਆਂਢੀਆਂ ਨੂੰ ਕਿੰਨੀ ਕੁ ਵਾਰੀ ਤੁਸੀਂ ਰਿਕੁਐਸਟ ਕੀਤੀ ਆ?
ਅਸੀਂ ਜੀ ਸਾਰਿਆਂ ਨੂੰ ਇਹੀ ਰਿਕਵੈਸਟ ਕਰਦੇ ਹਾਂ, ਪਰ ਸਾਡੇ ਪਿੰਡ ਤਕਰੀਬਨ ਕੋਈ ਵੀ ਨਹੀਂ ਹੁਣ ਅੱਗ ਲਾਉਂਦਾ ਜੀ। 4 ਸਾਲ ਤੇ ਸਾਨੂੰ ਹੀ ਹੋ ਗਏ ਤਕਰੀਬਨ। ਅਸੀਂ ਥੱਲੇ ਪਰਾਲੀ ਨੂੰ ਗਾਲਦੇ ਹਾਂ, ਉਹਦੇ ਨਾਲ ਗਾਲਣ ਨਾਲ ਫਾਇਦਾ ਬਹੁਤ ਹੁੰਦਾ। ਉਹਦੇ ਨਾਲ ਜਿਹੜੇ ਕੀਟਨਾਸ਼ਕ ਖਾਦ ਵਾ ਉਹ ਬਹੁਤ ਅਸਰ ਹੁੰਦਾ ਨਾਲ ਜੀ। ਜੀ ਜੀ ਜੀ। ਤੇ ਨਾਵੇਂ ਜੇ ਆਪਾਂ ਮੰਨ ਲਓ ਰੀਪਰ ਮਾਰਦੇ ਆ, ਉਹਦੇ ਨਾਲ 4-5 ਦਿਨ ਆਪਾਂ ਨੂੰ ਪਹਿਲਾਂ ਪਰਾਲੀ ਉੱਦਾਂ ਰੱਖਣੀ ਪੈਂਦੀ। ਇਹ ਨਾਲੋਂ ਨਾਲ ਹੀ ਰਾਤੋਂ ਰਾਤ ਹੀ ਪਹਿਲੀ ਛੇਤੀ ਤਿਆਰ ਹੋ ਜਾਂਦੀ। ਤੇ ਪ੍ਰਧਾਨ ਸਾਹਿਬ, ਸਭ ਤੋਂ ਪਹਿਲੀ ਗੱਲ ਹੈ ਵੀ ਮੈਂ ਤੁਹਾਨੂੰ ਤੁਹਾਡਾ ਨਾਂ ਨਹੀਂ ਗਾ ਪੁੱਛਿਆ, ਕਰੀ ਨਾਂ ਦੱਸ ਦਿਓ ਸਾਡੇ ਸਰੋਤਿਆਂ ਨੂੰ। ਅਮਰਦੀਪ ਸਿੰਘ ਗੋਸਲ। ਅਮਰਦੀਪ ਸਿੰਘ ਗੋਸਲ, ਵਾਹ ਜੀ ਵਾਹ, ਕਿਆ ਹੀ ਬਾਤਾਂ। ਤੇ ਤੁਹਾਡਾ ਬਹੁਤ ਵੱਡਾ ਰੋਲ ਆ, ਕਿਉਂਕਿ ਪਹਿਲਾਂ ਤੇ ਪ੍ਰਧਾਨ ਸਾਹਿਬ ਥੋੜਾ ਝਿਜਕਦੇ ਸੀ ਬੋਲਣ ਤੋਂ, ਤੇ ਪਰ ਹੁਣ ਮੈਨੂੰ ਲੱਗਦਾ ਇਹਨਾਂ ਦੀ ਥੋੜੀ ਜਾਕ ਹੌਲੀ ਹੌਲੀ ਖੁੱਲੀ ਜਾਂਦੀ ਆ, ਕਿਉਂਕਿ ਅਸੀਂ ਬਹੁਤਾ ਉੱਦਾਂ ਦੇ ਸਵਾਲ ਨਹੀਂ ਪੁੱਛਦੇ। ਅਸੀਂ ਸਰ ਤੁਹਾਡੇ ਮਤਲਬ ਜੋ ਆਪਣੇ ਵਾਤਾਵਰਨ ਦੇ ਨਾਲ ਸੰਬੰਧਿਤ ਆ, ਜੋ ਇਸ ਸਾਲਾਨਾ ਜੋ ਆਪਾਂ ਜੋੜ ਮੇਲਾ ਉਹਦੇ ਨਾਲ ਹੀ ਮਤਲਬ ਸੰਬੰਧਿਤ ਹੈਗਾ ਉਹਨਾਂ ਦੇ ਨਾਲ ਜੀ। ਆ ਜਿਹੜੀਆਂ ਸਾਰੀਆਂ ਸਵਾਰੀਆਂ ਖੜੀਆਂ ਆ, ਹਾਂਜੀ ਹਨਾ, ਵਾਹੀਕਲ ਖੜੇ ਆ, ਹਾਂਜੀ ਹਾਂਜੀ, ਇਹ ਬਾੜਾ ਜਗੀਰ ਦੇ ਆ। ਇਹ ਬਾੜਾ ਜਗੀਰ ਦੇ ਆ ਜੀ। ਜ਼ਿਆਦਾ ਸ਼ਕੀਨ ਨਹੀਂ ਲੱਗਦੇ? ਲੱਗਦੇ ਆ ਜੀ, ਲੱਗਦੇ, ਕਿਉਂਕਿ ਅੱਜ ਕੱਲ ਦੇ ਜਿਹੜੇ ਬੱਚੇ ਆ ਬੁਲਟਾਂ ਤੇ ਜ਼ਿਆਦਾ, ਕਿਉਂਕਿ ਸਮੇਂ ਦੇ ਮੁਤਾਬਕ ਗੱਲ ਆ। ਪਹਿਲਾਂ ਸਾਈਕਲ ਹੁੰਦੇ ਸੀ, ਲੋਕੀ ਪੈਦਲ ਚੱਲਦੇ ਸੀ, ਫਿਰ ਸਾਈਕਲਾਂ ਤੇ, ਫਿਰ ਲੋਕੀ ਸਕੂਟਰਾਂ ਤੇ, ਮੋਪੜ ਤੇ ਆ ਗਏ। ਉਸ ਤੋਂ ਬਾਅਦ ਰਾਜਦੂਤ ਆ ਗਿਆ, ਫਿਰ ਬੁਲਟ ਆ ਗਿਆ ਜੀ, ਹੈ, ਤੇ ਪਲਟੀਨਾ ਆ ਗਿਆ। ਇਦਾਂ ਦੇ ਮਤਲਬ ਚੱਲਦੇ ਰਹਿੰਦੇ ਹੈਗੇ ਆ। ਤੇ ਆਪਣੇ ਨਾਲ ਨੌਜਵਾਨ ਹੋਰ ਵੀ ਜੁੜੇ ਆ, ਆਜੋ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੇ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ। ਤੇ ਪਹਿਲਾਂ ਜੀ ਆਪਣਾ ਨਾਮ ਦੱਸੋ ਜੀ। ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਆ। ਤੇ ਤੁਸੀਂ ਕਲੱਬ ਦੇ ਵਿੱਚ ਕਿੰਨੇ ਮੈਂਬਰ ਕੰਮ ਕਰਦੇ ਆ ਜੀ? ਆਪਾਂ ਜੀ ਕਲੱਬ ਦੇ ਵਿੱਚ ਇੱਕ ਪ੍ਰਧਾਨ ਆ, 5 ਮੈਂਬਰ ਆ ਆਪਣੇ, ਤੇ ਬਾਕੀ ਸਾਰੇ ਆਪਣੇ ਨਾਲ ਜੂਨੀਅਰ ਸੀਨੀਅਰ ਸਾਰੇ ਇਕੱਠੇ ਆ। ਤੇ ਤੁਸੀਂ 5 ਮੈਂਬਰੀ ਕਮੇਟੀ ਜਿਹੜੀ ਕਮੇਟੀ ਚੁਣੀ ਹੈਗੀ ਕਲੱਬ ਵੱਲੋਂ, ਉਹਦਾ ਕੁਝ ਹੈ ਤੁਸੀਂ ਮੈਂਬਰ? ਨਹੀਂ ਜੀ, ਫਿਲਹਾਲ ਤਾਂ ਆਪਾਂ ਇਹਨਾਂ ਵਿੱਚੋਂ ਕੋਈ ਸੇਵਾ ਨਹੀਂ ਲਈ, ਪਰ ਆਪਾਂ ਉਦਾਂ ਹੀ ਨਾਲ ਰਹਿ ਕੇ ਸਾਰੀ ਸੇਵਾ ਕਰਦੇ। ਜਾਣੀ ਉਹਦਾ ਮੈਂਬਰ ਤਾਂ ਹੈ ਨਾ? ਹਾਂਜੀ। ਅੱਛਾ ਜੀ। ਤੇ ਤੁਸੀਂ ਨੌਜਵਾਨਾਂ ਨੂੰ ਜਦੋਂ ਪ੍ਰੇਰਿਤ ਕਰਦੇ ਆ, ਕਈ ਅੱਜ ਕੱਲ੍ਹ ਜਿੱਦਾਂ ਝੋਨੇ ਦੀ ਕਟਾਈ ਚੱਲਦੀ ਹੈਗੀ ਆ, ਤੇ ਇਹਦੇ ਵਿੱਚ ਕਈ ਨੌਜਵਾਨ ਜਿਹੜੇ ਜ਼ਿਆਦਾ ਕੋਈ ਝੋਨਾ ਲੈ ਕੇ ਮੰਡੀ ਜਾਂਦਾ ਹੈਗਾ, ਕਿਸੇ ਦੇ ਖੱਤੇ ਵਿੱਚ ਕੰਬਾਈਨ ਲੱਗੀ ਹੈਗੀ ਆ, ਉਹਨਾਂ ਨੂੰ ਦਿੱਕਤ ਵੀ ਆਉਂਦੀ ਆ, ਤੇ ਕੀ ਉਹ ਜਿਹੜੇ ਨੌਜਵਾਨ ਤੁਹਾਡਾ ਸਾਥ ਦਿੰਦੇ ਆ, ਕਿ ਜਾਂ ਮਤਲਬ ਕਿ ਤੁਸੀਂ ਉਹਨੂੰ ਕਹਿੰਦੇ ਵੀ ਫ੍ਰੀ ਕਰ ਦਿੰਦੇ, ਚਲੋ ਵੀ ਤੁਸੀਂ ਕੰਮ ਕਰ ਲਓ, ਅਸੀਂ ਸੇਵਾ ਕਰ ਲੈਂਦੇ ਆ? ਨਹੀਂ ਜੀ, ਦੇਖੋ ਇਦਾਂ ਵਾ, ਜਿੱਦਾਂ ਫਿਲਹਾਲ ਤੇ ਹੁਣ ਆਪਣੇ ਨਾਲ ਕੁਝ ਵਿੱਚੋਂ ਬੰਦੇ ਝੋਨੇ ਦੀ ਮਸ਼ੀਨ ਲੱਗੀ ਹੋਈ ਜਿਨ੍ਹਾਂ ਦੇ 12 ਵਜੇ ਤੋਂ ਬਾਅਦ ਆਏ ਨੇ। ਹਾਂਜੀ। ਜਿੱਦਾਂ ਆਪਾਂ ਦੇਖ ਲਈਦਾ ਸਾਰੇ ਮਿਲ ਕੇ ਐਡਜਸਟ ਕਰ ਲੈਂਦੇ ਆ। ਹੁਣ ਕਈ ਜਿੱਦਾਂ ਜਿਨ੍ਹਾਂ ਤੇ ਦਿਨੇ ਕੰਬਾਈਨ ਚੱਲਦੀ ਉਹ ਰਾਤ ਨੂੰ ਆ ਜਾਂਦੇ ਆ, ਤਾਂ ਰਲ ਮਿਲ ਕੇ ਸਾਰੇ ਸੇਵਾ ਕਰ ਲਈਦੀ ਆ। ਹਾਂਜੀ। ਤੇ ਇਹ ਜਿਹੜੀ ਤੁਸੀਂ ਛਬੀਲ ਲਾਉਨੇ ਆ, ਜਿੱਦਾਂ ਹੁਣ ਦਿਨੇ ਵੀ ਕੱਲ ਲੱਗੀ ਰਹੀ, ਰਾਤ ਵੀ ਲੱਗੀ ਰਹੀ, ਤੇ ਅੱਜ ਸਾਰਾ ਦਿਨ ਵੀ ਚੱਲਦੀ ਰਹੀ, ਤੇ ਜਿਹੜੀ ਰਾਤ ਨੂੰ ਛਬੀਲ ਲੱਗਦੀ ਆ, ਕੀ ਨੌਜਵਾਨ ਇੱਥੇ ਰਾਤ ਨੂੰ ਰਹਿੰਦੇ ਆ ਜਾਂ ਘਰੇ ਚਲ ਜਾਂਦੇ ਆ ਜੀ? ਨਹੀਂ ਜੀ, ਇਹ ਅਸੀਂ ਛਬੀਲ ਲਾਉਨੇ ਆ ਜਿੱਦਾਂ ਸਾਡੇ ਵੱਲੋਂ, ਤੇ ਸਾਡੇ ਕੋਲ ਸਮਾਨ ਸਾਰਾ ਰਾਸ਼ਨ 2 ਦਿਨ ਪੂਰੇ ਦਾ ਰੱਖਿਆ ਹੈਗਾ। ਪਰ ਅਸੀਂ ਇਦਾਂ ਦੇਖਦੇ ਆ ਵੀ ਸੰਗਤ ਦਾ ਕਿੰਨਾ ਕੁ ਯੋਗਦਾਨ ਆ ਇੱਥੇ, ਜਿੰਨਾ ਕੁ ਇਕੱਠ ਹੋਵੇ ਸੰਗਤ ਦਾ ਉਸ ਹਿਸਾਬ ਨਾਲ। ਅੱਛਾ ਜੀ। ਹਾਂਜੀ ਹਾਂਜੀ ਹਾਂਜੀ, ਜਿੰਨਾ ਸੰਗਤ ਦੇ ਹਿਸਾਬ ਨਾਲ ਹੋਵੇ, ਜਿੰਨਾ ਇਕੱਠ ਹੋਵੇ ਸੰਗਤ ਦਾ, ਉਸ ਹਿਸਾਬ ਨਾਲ ਉਨੇ ਟਾਈਮ ਤੱਕ ਲਾ ਦਿੱਤੀ ਆ। ਅੱਛਾ, ਨੌਜਵਾਨਾਂ ਨੂੰ ਜ਼ਿਆਦਾ ਪਤਾ ਹੁੰਦਾ ਕਿਉਂਕਿ ਫੇਸਬੁੱਕ ਦੇ ਨਾਲ ਜ਼ਿਆਦਾ ਜੁੜੇ ਆ, ਤੇ WhatsApp ਦੇ ਨਾਲ, ਹਰ ਇੱਕ ਚੀਜ਼ ਦੇ ਨਾਲ ਜੁੜੇ ਹੁੰਦੇ। ਨੌਜਵਾਨਾਂ ਨੂੰ ਬਹੁਤ ਜ਼ਿਆਦਾ ਨੌਲੇਜ ਹੁੰਦਾ ਆ। ਤੇ ਜਿਹੜੇ ਸਾਧ ਸੰਗਤ ਘੱਟ ਆਉਣ ਦਾ ਮੇਨ ਕਾਰਨ ਤੁਸੀਂ ਕੀ ਸਮਝਦੇ ਹੋ? ਦੇਖੋ ਜੀ, ਮੇਨ ਕਾਰਨ ਇੱਕ ਤਾਂ ਜਿਹੜੀ ਕਰੋਨਾ ਮਹਾਮਾਰੀ ਚੱਲ ਰਹੀ ਆ, ਇੱਕ ਤਾਂ ਇਹ ਆ ਜੀ। ਦੂਜਾ, ਜਿੱਦਾਂ ਆਪਣੇ ਨਾਲ ਇਸ ਵਾਰ ਪਹਿਲੀ ਵਾਰ ਹੋਇਆ ਵੀ ਆਪਣੇ ਆ ਮਹੀਨੇ ਵਿੱਚ 2 ਮੱਸਿਆ ਆ ਗਈਆਂ, ਤੇ ਜਿੱਦਾਂ ਪਹਿਲਾ ਮੇਲਾ ਮਨਾਇਆ ਗਿਆ ਵਾ, ਦੂਜਾ ਕਾਰਨ ਇਹ ਵੀ ਆ ਵੀ ਇਹ ਦੂਜਾ ਮੇਲਾ। ਤੀਜਾ ਕਾਰਨ ਇਹ ਆ ਵੀ ਜਿੱਦਾਂ ਹੁਣ ਆਪਾਂ ਕਹਿ ਰਹੇ ਆ ਵੀ ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਵਾ, ਤੇ ਉਹਦਾ ਕਰਕੇ ਹੁਣ ਬਹੁਤ ਪਰਿਵਾਰ ਆ ਜਿਹੜੇ ਉਹ ਆਪਣੇ ਖੇਤੀਬਾੜੀ ਨਾਲ ਸੰਬੰਧਿਤ ਆ, ਉਹ ਬਿਜ਼ੀ ਆ ਸਾਰੇ ਬੰਦੇ। ਹਾਂਜੀ ਹਾਂਜੀ, ਇਹ ਕਾਰਨ ਆ ਜੀ। ਤੇ ਤੁਹਾਨੂੰ ਜਿੱਦਾਂ ਇਹ ਪ੍ਰੋਗਰਾਮ ਇੰਤਜ਼ਾਮ ਕਰਨ ਲੱਗਿਆ, ਪਹਿਲਾਂ ਸਮਾਨ ਤੁਸੀਂ ਲੈ ਕੇ ਆਉਂਦੇ ਆ, ਫਿਰ ਟਿਕਾ ਕੇ ਜਾਂਦੇ ਆ, ਫਿਰ ਵਾਪਸ ਲੈ ਕੇ ਜਾਂਦੇ ਆ, ਤੇ ਨਾਲ ਤੁਸੀਂ ਅਗਰਾਈ ਵੀ ਕਰਦੇ ਆ, ਸੇਵਾ ਵੀ ਕਰਦੇ, ਘਰ ਦਾ ਕੰਮ ਵੀ ਕਰਦੇ ਆ, ਤੇ ਤੁਹਾਨੂੰ ਕਿੰਨੀ ਕੁ ਦਿੱਕਤ ਆਉਂਦੀ ਹੈਗੀ ਆ ਵੀ ਤੁਸੀਂ ਘਰ ਦੇ ਕੰਮ 'ਚੋਂ ਵੀ ਟਾਈਮ ਕੱਢਣਾ ਹੈਗਾ ਆ, ਤੇ ਇਦਾਂ ਦੀ ਕੋਈ ਦਿੱਕਤ ਤਾਂ ਨਹੀਂ ਆਉਂਦੀ ਤੁਹਾਨੂੰ ਕੋਈ? ਦੇਖੋ ਜੀ, ਸਾਲ ਬਾਅਦ ਬਾਬੇ ਦਾ ਦਿਨ ਆਉਣਾ ਹੁੰਦਾ, ਦਿੱਕਤ ਵਾਲੀ ਤਾਂ ਕੋਈ ਗੱਲ ਨਹੀਂ। ਐਡਜਸਟ ਪੱਠੇ ਪਾਉਣੇ ਹੁੰਦੇ, ਐਡਜਸਟ ਕਰ ਲਈਦਾ, ਸਵੇਰੇ ਟਾਈਮ ਨਾਲ ਵੱਢ ਲੈ। ਹੁਣ ਬਸ ਸਾਰਾ ਦਿਨ ਇੱਥੇ ਸੇਵਾ ਕਰ ਲਈਦੀ, ਕਿਉਂਕਿ ਸਾਲ ਬਾਅਦ ਬਾਬੇ ਦਾ ਦਿਨ ਆਉਣਾ ਹੁੰਦਾ ਵਾ। ਇਦਾਂ ਕਰਕੇ ਦਿੱਕਤ ਵਾਲੀ ਕੋਈ ਗੱਲ ਨਹੀਂ ਆਉਂਦੀ। ਤੇ ਟੋਟਲ ਤੁਹਾਡੇ ਜਿਹੜੇ ਕਲੱਬ ਦੇ ਮੈਂਬਰ ਕਿੰਨੇ ਆ ਜੀ ਇਸ ਟਾਈਮ ਜੀ? ਆਪਣੇ ਕੋਲ 39 ਮੁੰਡੇ ਆ ਜੀ। 39, ਲਗਭਗ 40 ਮੁੰਡੇ ਹੈਗੇ ਆ। ਤੇ 40 ਮੁੰਡਿਆਂ ਦੇ ਵਿੱਚੋਂ ਇਸ ਟਾਈਮ ਪ੍ਰੈਜ਼ੈਂਟ ਟਾਈਮ ਕਿੰਨੇ ਕੁ ਬੱਚੇ ਜਿਹੜੇ ਸੇਵਾ ਕਰ ਰਹੇ ਹੈਗੇ? ਇਸ ਟਾਈਮ ਆਪਣੇ ਤੋਂ 15 ਤੋਂ 18 ਦੇ ਵਿੱਚ ਮੁੰਡੇ ਮੌਜੂਦ ਆ, ਤੇ ਦਿਨੇ ਆਪਣੇ ਕੋਲ 30 ਤੱਕ ਮੌਜੂਦ ਸੀ। ਹਾਂਜੀ, ਫਿਰ ਤਾਂ ਤੁਹਾਡੀ ਬਹੁਤ ਵੱਡੀ ਸੇਵਾ ਜੀ। ਤੇ ਤੁਸੀਂ ਅੰਦਾਜ਼ਾ ਲਾਉਂਦੇ ਆ ਕਿ ਪਿਛਲੀ ਵਾਰੀ ਜਿਹੜੀ ਸੰਗਤ ਜ਼ਿਆਦਾ ਸੀ, ਜਾਂ ਇਸ ਵਾਰ ਸੰਗਤ ਜ਼ਿਆਦਾ ਸੀ, ਜਾਂ ਪਿਛਲੀ ਵਾਰੀ ਰਸ਼ ਜ਼ਿਆਦਾ ਪਿਆ, ਜਾਂ ਇਸ ਵਾਰੀ ਤੁਹਾਡੀ ਕਿੰਨਾ ਕੁ ਤੁਸੀਂ ਅੰਤਰ ਸਮਝਦੇ 1 ਮਹੀਨੇ ਦੇ ਵਿੱਚ?
ਨਹੀਂ ਜੀ, ਸੰਗਤ ਪਿਛਲੀ ਵਾਰ ਇਦੋਂ ਮੇਲੇ 'ਚ ਵਿੱਚ ਜ਼ਿਆਦਾ ਸੀ ਜੀ। ਕਿਉਂਕਿ ਜਦੋਂ ਦਿਨ ਹੀ ਆਪਣੇ ਮਾਝਾ ਸਾਈਡ ਵਾਲੀ ਸਾਰੀ ਸੰਗਤ ਆਉਂਦੀ ਆ, ਉਹ ਪਿਛਲੀ ਵਾਰ ਹੀ ਆ ਚੁੱਕੀ ਆ। ਠੀਕ ਹੈ ਜੀ। ਹਾਂਜੀ, ਜਦੋਂ ਆਪਣੇ ਪਰਲੇ ਗੁਰਦੁਆਰੇ ਭਾਈ ਲਾਲੋ ਜੀ ਦੇ ਮੰਨੀਆਂ ਚੜ੍ਹਦੀਆਂ, ਉਹ ਸਭ ਉਧਰਲੇ ਚੜਾ ਗਏ ਆ। ਠੀਕ ਹੈ। ਐਤਕੀ ਥੋੜਾ ਜਿਹਾ ਸਾਨੂੰ ਦੇਖਣ 'ਚ ਮਿਲਿਆ, ਜਿੱਦਾਂ ਆਪਾਂ ਛਬੀਲ ਦੇ ਟੱਬਾਂ ਦਾ ਹਿਸਾਬ ਹੁੰਦਾ ਸਾਡਾ ਹਾਂਜੀ। ਸਾਡਾ 5ਵਾਂ ਟੱਬਾ ਮਿੱਠਾ ਛਬੀਲ ਦਾ। ਠੀਕ ਹੈ ਜੀ। ਪਿਛਲੀ ਵਾਰ ਤੇ ਅਸੀਂ ਘੱਟੋ ਘੱਟ 12 ਟੱਬ ਲਗਾਏ ਹੈਗੇ, ਇਸ ਲਈ ਸਾਨੂੰ ਇੱਥੋਂ ਵੀ ਸੰਗਤ ਦਾ ਪਤਾ ਲੱਗਦਾ ਵਾ। ਜੀ ਜੀ ਜੀ। ਹਾਂਜੀ, ਵੀ ਕਿੰਨਾ ਕੁ ਅਨੁਪਾਤ ਆਇਆ ਵਾ ਇਸ ਟਾਈਮ। ਠੀਕ ਹੈ ਜੀ, ਠੀਕ ਹੈ ਜੀ। ਤੇ ਜਿਹੜਾ ਇਹ ਬੌਲੀ ਸਾਹਿਬ ਗੁਰਦੁਆਰਾ ਆ, ਇੱਕ ਤਾਂ ਇੱਥੇ ਮੇਲਾ ਲੱਗਦਾ ਸਾਲ ਬਾਅਦ, ਠੀਕ ਹੈ ਜੀ, ਇਹ ਸਮੱਸਿਆ ਤੇ ਅੱਸੂ ਦੀ ਮੱਸਿਆ ਤੇ ਕਹਿ ਲਓ। ਤੇ ਇਸ ਤੋਂ ਇਲਾਵਾ ਹੋਰ ਕੋਈ ਪ੍ਰੋਗਰਾਮ ਇਸ ਨਗਰ ਦੇ ਵਿੱਚ ਜਾਂ ਡੱਲਾ ਸਾਹਿਬ ਇੱਕ ਜਾਂ ਭਾਈ ਲਾਲੋ ਜੀ ਦੇ ਗੁਰਦੁਆਰੇ ਕੋਈ ਹੋਰ ਵੀ ਸਮਾਗਮ ਮਨਾਏ ਜਾਂਦੇ ਕਿ ਨਹੀਂ, ਉਹਨਾਂ ਬਾਰੇ ਕੁਝ ਪਤਾ? ਦੇਖੋ ਜੀ, ਸਮਾਗਮ ਤਾਂ ਇੱਥੇ ਜਿੱਦਾਂ ਹੁਣ ਆਪਣੇ ਹਰੇਕ ਹੀ ਸਮਾਗਮ ਹੁੰਦਾ ਵਾ। ਆਪਣੇ ਇੱਥੇ ਮੱਸਿਆ ਹੋਵੇ, ਸੰਗਰਾਂਦ ਹੋਵੇ, ਜਾਂ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਆ ਗਿਆ, ਗੁਰੂ ਗੋਬਿੰਦ ਸਿੰਘ ਜੀ ਦਾ, ਆਪਣੇ ਇੱਥੇ ਹਰੇਕ ਤਿਉਹਾਰ ਮਨਾਇਆ ਜਾਂਦਾ ਜੀ। ਜੀ। ਹਾਂਜੀ, ਤੇ ਤੁਸੀਂ ਉਸ ਸਮਾਗਮ ਤੇ ਵੀ ਕਲੱਬ ਵਾਲੇ ਸੇਵਾ ਕਰਦੇ ਕਿ ਜਾਂ ਨਹੀਂ ਜੀ? ਬਿਲਕੁਲ ਜੀ। ਜਿੱਦਾਂ ਹੁਣ ਵੀ ਆਪਣੇ ਮੁਖੀ ਸਾਨੂੰ ਉੱਪਰਲੇ ਕਹਿ ਦਿੰਦੇ ਆ, ਅੱਗੋਂ ਵੀ ਅਸੀਂ ਜਿੱਦਾਂ ਹੁਣ ਆਪਣੇ ਪ੍ਰਭਾਤ ਫੇਰੀਆਂ ਚੱਲ ਗਈਆਂ, ਉਦੋਂ ਵੀ ਸੰਗਤ ਸੇਵਾ ਕਰਨ ਲਈ ਆਉਂਦੀ ਆ। ਬਾਕੀ ਅਸੀਂ ਯੂਥ ਕਲੱਬ ਹਮੇਸ਼ਾ ਪ੍ਰੈਜ਼ੈਂਟ ਆ ਜੀ, ਜਦੋਂ ਵੀ ਆਵਾਜ਼ ਪੈ ਜਾਂਦੀ ਅਸੀਂ ਆ ਜੀਦਾ ਜੀ। ਚਲੋ ਜੀ, ਗੁਰਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਸਾਰੇ ਨਗਰ ਨਿਵਾਸੀਆਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ। ਤੇ ਭੈਣ ਜੀ ਨੂੰ ਮੈਨੂੰ ਲੱਗਦਾ ਕੁਝ ਕਹਿਣਾ ਚਾਹੁੰਦੇ ਆ ਜੀ? ਨਹੀਂ, ਮੈਂ ਕਹਿੰਦੀ ਹਾਂ ਕਿ ਨੌਜਵਾਨਾਂ ਦੇ ਵਿੱਚ ਸਾਨੂੰ ਪਿਛਲੀ ਵਾਰੀ ਇਹ ਨੌਜਵਾਨ ਨਹੀਂ ਮਿਲਿਆ। ਬੜੀਆਂ ਗੱਲਾਂ ਰਹਿ ਗਈਆਂ ਇਹ ਪੁੱਛਣ ਵਾਲੀਆਂ। ਵੀਰ ਜੀ, ਇੱਕ ਗੱਲ ਹੋਰ ਹੈ, ਕਿਉਂਕਿ ਹੁਣ ਤੁਸੀਂ ਤੁਹਾਡਾ ਵੀ ਜਿਹੜਾ ਜਾਣ ਦਾ ਸਮਾਂ ਹੈ ਨਾ, ਕਿਉਂਕਿ ਤੁਸੀਂ ਮੈਂ ਦੇਖ ਲਿਆ ਕਿ ਸਾਂਭਾ ਵਧਾਈ ਹੋ ਰਹੀ ਆ, ਤੇ ਇਹ ਵੀ ਡਿਊਟੀ ਲਾਈ ਹੈ ਕਿ ਸਮਾਨ ਲੈਣ ਵਾਰੀ ਇਹ ਮੈਂਬਰ ਆਉਣਗੇ ਤੇ ਸਾਂਭਣ ਵਾਰੀ ਬਾਅਦ ਵਿੱਚ ਇਹ ਆਉਣਗੇ। ਜੇ ਕੁਝ ਘੱਟ ਵੱਧ ਗਿਆ ਤੇ ਉਹ ਕਿਵੇਂ ਕਰੋਗੇ ਮੈਨੇਜਰ? ਨਹੀਂ ਜੀ, ਜਿੱਦਾਂ ਸਮਾਨ ਲੈ ਕੇ ਆਂਦਾ ਉਹ ਵੀ ਅਸੀਂ ਲੈ ਕੇ ਆਂਦਾ ਸੀ, ਤੇ ਸਾਨੂੰ ਕੱਲਾ ਕੱਲਾ ਸਮਾਨ ਪਤਾ ਵਾ ਵੀ ਮੂੰਹ ਜ਼ਬਾਨੀ ਯਾਦ ਆ ਵੀ ਕੀ ਕੀ ਸਮਾਨ ਆ ਆਪਣਾ। ਇਸ ਕਰਕੇ ਬਸ ਇਦਾਂ ਹੀ ਜਿੰਨੇ ਮੁੰਡੇ ਸੀਗੇ ਨਾਲ ਸਾਰੇ ਉਦੋਂ ਵੀ ਇਕੱਠੇ ਆਏ ਸੀ, ਤੇ ਹੁਣ ਵੀ ਇਕੱਠੇ ਪਿੰਡ ਜਾਵਾਂਗੇ ਸਮਾਨ ਲੈ ਕੇ, ਸਾਰੇ ਨਾਲ ਹੀ ਆ ਜੀ। ਠੀਕ ਹੈ। ਹਾਂਜੀ। ਤੇ ਇਹ ਤੁਸੀਂ ਰੌਣਕ ਮੇਲਾ ਨਹੀਂ ਦੇਖਣਾ, ਕਿਉਂਕਿ ਸਭ ਨੇ ਤਾਂ ਦੇਖ ਲਿਆ, ਤੇ ਤੁਹਾਡੀ ਜਿਹੜੀ ਸੇਵਾ ਹੈ ਸਵੇਰ ਦੇ ਤੁਸੀਂ ਲੱਗੇ ਹੋਏ, ਤੁਸੀਂ ਦਰਸ਼ਨ ਤਾਂ ਕਰ ਲਏ, ਰੌਣਕ ਮੇਲਾ ਜਿਹੜਾ ਦੇਖਣਾ ਉਹ ਹੁਣ ਜੀ ਦੇਖੋ, ਜਿੱਦਾਂ ਬਣਦੀ ਸਲਾਹ ਵਾ, ਹੁਣ ਪਿੰਡ ਭਾਂਡੇ ਛੱਡ ਕੇ ਇੱਕ ਵਾਰੀ ਸਾਰਾ ਆਪਦਾ ਸਮਾਨ ਇੱਥੋਂ ਸਾਂਭ ਕੇ ਸਫਾਈ ਕਰਕੇ ਫਿਰ ਅਸੀਂ ਵਾਪਸ ਆਵਾਂਗੇ, ਫਿਰ 9-10 ਵਜੇ ਤੱਕ ਬਸ ਉੱਦਾਂ ਦੀ ਬਿਲਕੁਲ ਕਰਕੇ ਆਪਾਂ ਨੀਟ ਐਂਡ ਕਲੀਨ, ਤੇ ਫਿਰ ਵਾਪਸ ਆਵਾਂਗੇ ਰੌਣਕ ਮੇਲਾ ਦੇਖਣ। ਠੀਕ ਹੈ ਜੀ, ਯਾਨੀ ਕਿ ਤੁਸੀਂ ਰੌਣਕ ਮੇਲਾ ਦੇਖਣਾ ਆ। ਤੇ ਕੀ ਤੁਹਾਡੇ ਇਸ ਹਿਸਾਬ ਦੇ ਨਾਲ ਜਿਹੜੀਆਂ ਦੁਕਾਨਾਂ ਆ, ਕਿਉਂਕਿ ਦੁਕਾਨਾਂ ਤੇ ਰੌਣਕ ਮੇਲਾ ਹੁੰਦਾ ਆ, ਤੇ ਇੱਕ ਦੂਸਰੇ ਪਾਸੇ ਵੀ ਸਾਧ ਸੰਗਤ ਥੋੜੀ ਘਟ ਵੀ ਜਾਂਦੀ ਹੈਗੀ ਆ, ਕਿ ਤੁਹਾਨੂੰ ਹੁਣ ਜ਼ਿਆਦਾ ਆਨੰਦ ਆਊਗਾ ਸੇਵਾ ਕਰਨ ਤੋਂ ਬਾਅਦ, ਜਾਂ ਕਿ ਤੁਸੀਂ ਇਹ ਸਮਝਦੇ ਜੋ ਦੁਪਹਿਰੇ ਜ਼ਿਆਦਾ ਸੰਗਤ ਸੀ ਉਦੋਂ ਜ਼ਿਆਦਾ ਆਨੰਦ ਸੀ ਮੇਲਾ ਦੇਖਣ ਦਾ? ਨਹੀਂ ਜੀ, ਦੇਖੋ ਮੈਂ ਆਨੰਦ ਦੇ ਤੌਰ ਤੇ ਕਹਿਣਾ ਚਾਹੁੰਦਾ ਵੀ ਆਨੰਦ ਹੁਣ ਜ਼ਿਆਦਾ ਸੰਗਤ ਨੂੰ ਦੇਖ ਕੇ ਨਹੀਂ ਹੁੰਦਾ, ਵੀ ਆਪਣਾ ਸਹਿਯੋਗ ਕਿੱਦਾਂ ਦਾ, ਆਪਣਾ ਆਲਾ ਦੁਆਲਾ ਕਿੱਦਾਂ ਦਾ, ਆਪਾਂ ਉਹਦੇ ਹਿਸਾਬ ਨਾਲ ਆਪਾਂ ਨੂੰ ਆਨੰਦ ਹੁੰਦਾ ਵੀ ਆਪਣੀ ਕਿੱਦਾਂ ਦੀ ਕੰਪਨੀ ਆ। ਹੁਣ ਜਿੱਦਾਂ ਦੇ ਸਾਡੇ ਫਰੈਂਡ ਆ, ਉਹਨਾਂ ਦੇ ਨਾਲ ਭਾਵੇਂ ਅਸੀਂ ਖਾਲੀ ਥਾਂ ਤੇ ਵੀ ਬੈਠੇ ਹੋਈਏ, ਸਾਨੂੰ ਤਾਂ ਵੀ ਆਨੰਦ ਆ। ਇਸ ਲਈ ਵੀ ਸਾਨੂੰ ਭੀੜ ਕੋਈ ਮਾਇਨੇ ਨਹੀਂ ਰੱਖਦੀ। ਬਿਲਕੁਲ ਜੀ। ਤੇ ਚਲੋ ਗੁਰਪ੍ਰੀਤ ਜੀ, ਹਾਂਜੀ, ਕਿ ਆਪਾਂ ਇਹ ਵੀ ਪੁੱਛ ਲਈਏ ਵੀਰ ਜੀ ਹੁਣਾਂ ਨੂੰ, ਕਿਉਂਕਿ ਸਾਬਤ ਸੂਰਤ ਆ ਕਿ ਅੱਜ ਦੀ ਨੌਜਵਾਨ ਪੀੜ੍ਹੀ ਜੇ ਇਸ ਬੰਨਿਓ ਦੂਸਰੇ ਬੰਨੇ ਜਾ ਰਹੀ ਆ, ਉਹਦੇ ਤੁਸੀਂ ਮੁੱਖ ਕਾਰਨ ਕੀ ਮੰਨਦੇ ਹੋ? ਦੇਖੋ ਜੀ, ਇਹਦੇ ਮੁੱਖ ਕਾਰਨ ਤਾਂ ਇਹੀ ਆ ਵੀ ਜਿੱਦਾਂ ਆਪਣੇ ਪੰਜਾਬੀ ਨੂੰ ਪ੍ਰਮੋਟ ਨਹੀਂ ਹੋ ਰਹੀ ਆਪਣੀ ਪੂਰੀ। ਆਪਾਂ ਲਗਭਗ ਟੀਵੀ 'ਚ ਹੀ ਦੇਖ ਲੈਂਦੇ ਆ ਜਿਹੜਾ ਚੱਲ ਰਿਹਾ ਵਾ, ਹੇਅਰ ਸਟਾਈਲ ਹੋ ਗਿਆ, ਕਦੇ ਜੈਜੀ ਵੀ ਜਿੱਦਾਂ ਸੀਗਾ ਵੀ ਕਦੇ ਕੋਈ ਹੇਅਰ ਸਟਾਈਲ ਹੋ ਗਿਆ, ਕਦੇ ਕੋਈ, ਉਹ ਦੇਖ ਕੇ ਆਪਣੇ ਨੌਜਵਾਨ ਜਿਹੜੇ ਆ, ਨੌਜਵਾਨ ਤੋਂ ਪਹਿਲਾਂ ਥੱਲੇ ਨੌਜਵਾਨ ਆਣ ਕੇ ਘੱਟ ਕਰਦੇ ਆ, ਜਿਹੜੇ ਥੱਲੇ ਹੁੰਦੇ ਆ 15-16 ਸਾਲ ਦੀ ਉਮਰ 'ਚ, ਉਹ ਜਿੱਦਾਂ ਦੇਖਦੇ ਆ ਵੀ ਕਹਿੰਦੇ ਹੁੰਦੇ ਵੀ ਬੰਦੇ ਲਾਈ ਲੱਗ ਹੋ ਜਾਂਦੇ ਆ, ਬਸ ਵੀ ਉਹੀ ਹਿਸਾਬ ਹੁੰਦਾ ਉਹ ਵੀ ਜਿੱਦਾਂ ਦੇ ਬੰਦਿਆਂ ਨੂੰ ਫੋਲੋ ਕਰਨ ਲੱਗ ਪੈਂਦੇ ਆ, ਸਵੈਗ ਫੋਲੋ ਕਰਨ ਲੱਗ ਪੈਂਦੇ ਆ, ਬਸ ਉਹ ਆ ਇਹਦਾ ਮੇਨ ਕਾਰਨ ਤਾਂ। ਅੱਛਾ, ਆਪਣੇ ਗੁਰਪ੍ਰੀਤ ਜੀ ਗੱਲ ਕੀਤੀ ਫੈਸ਼ਨ ਦੀ, ਜੇ ਹੁਣ ਤੁਹਾਡੇ ਨੌਜਵਾਨ ਤੁਹਾਡੇ ਨਾਲ ਜੁੜੇ ਆ, ਤੇ ਤੁਹਾਡੇ ਵਿੱਚੋਂ ਤੁਸੀਂ ਸਮਝਦੇ ਆ ਵੀ ਇਹ ਨੌਜਵਾਨ ਤੁਹਾਡੀ ਗੱਲ ਮੰਨਣਗੇ ਜਾਂ ਦਾੜੀ ਕੇਸ ਰੱਖਣਗੇ, ਸਾਬਤ ਸੂਰਤ ਬਣਨਗੇ? ਤੁਹਾਨੂੰ ਕੋਈ ਆਸ ਹੈ ਆਪਣੇ ਇਹਨਾਂ ਮੈਂਬਰਾਂ ਤੇ, ਨੌਜਵਾਨਾਂ ਤੇ ਜੀ? ਦੇਖੋ ਜੀ, ਇਹਦੇ 'ਚ ਆਪਾਂ ਆਸ ਵਾਲੀ ਗੱਲ ਨਹੀਂ ਕਹਿਣਾ। ਆਪਣੇ ਇੱਕ ਜਿੱਦਾਂ ਹੁਣ ਵੀ ਕਹਿ ਦਈਏ ਵੀ ਆਪਾਂ ਕਿਸੇ ਨੂੰ ਇਹ ਧੱਕੇ ਨਾਲ ਨਹੀਂ ਆਪਾਂ ਪ੍ਰਵਾਨ ਕਰਾ ਸਕਦੇ। ਜਿੰਨਾ ਟਾਈਮ ਬੰਦੇ ਦਾ ਅੰਦਰੋਂ ਮਨ ਨਹੀਂ ਮੰਨਦਾ ਕਿਸੇ ਕੰਮ ਨੂੰ ਲੈ ਕੇ, ਚਾਹੇ ਉਹ ਕੋਈ ਵੀ, ਆਪਾਂ ਸਰਦਾਰੀ ਦੀ ਗੱਲ ਛੱਡ ਕੇ, ਸਿੱਖੀ ਦੀ ਗੱਲ ਛੱਡ ਕੇ ਆਪਾਂ ਕੋਈ ਵੀ ਗੱਲ ਕਰ ਦਈਏ, ਆਪਾਂ ਕਿਸੇ ਨੂੰ ਧੱਕੇ ਨਾਲ ਨਹੀਂ ਸਰਦਾਰ ਬਣਾ ਸਕਦੇ। ਜਦੋਂ ਅਗਲੇ ਦਾ ਬੰਦੇ ਦਾ ਦਿਲੋਂ ਆਊਗਾ ਵੀ ਹਾਂਜੀ ਵੀ ਚਾਹੀਦਾ ਵਾ, ਇਹ ਤਾਂ ਉਦੋਂ ਹੀ ਹੋਊਗਾ। ਗੁਰਪ੍ਰੀਤ ਜੀ, ਤੁਹਾਡੀ ਗੱਲ ਦੇ ਨਾਲ ਮੈਂ ਤਕਰੀਬਨ ਸਹਿਮਤ ਵੀ ਹੈਗਾ ਆ, ਔਰ ਨਹੀਂ ਵੀ ਉਹ ਇਸ ਕਰਕੇ ਵੀ ਜਿੱਦਾਂ ਤੁਸੀਂ ਧੱਕੇ ਦੀ ਗੱਲ ਕੀਤੀ ਆ, ਕਿਉਂਕਿ ਧੱਕਾ ਤਾਂ ਵੈਸੇ ਨਹੀਂ ਕਿਸੇ ਨਾਲ ਕਰਨਾ ਚਾਹੀਦਾ, ਪਰ ਆਪਾਂ ਅਗਲੇ ਨੂੰ ਪ੍ਰੇਰਿਤ ਤਾਂ ਕਰ ਹੀ ਸਕਦੇ ਹਾਂ ਗੁਰਬਾਣੀ ਦੀਆਂ ਤੁਕਾਂ ਦੇ ਕੇ, ਗੁਰਬਾਣੀ ਦੀ ਕਥਾ ਸੁਣਾ ਕੇ, ਜਾਂ ਗੁਰੂ ਮਹਾਰਾਜ ਦੀਆਂ ਗੱਲਾਂ ਬਾਤਾਂ ਕਰਕੇ, ਉਹ ਤਾਂ ਕਰ ਹੀ ਸਕਦੇ ਆ ਨਾ, ਆਪਣੀ ਕੋਸ਼ਿਸ਼ ਤਾਂ ਕਰ ਹੀ ਸਕਦੇ ਆ। ਜਿੱਦਾਂ ਕਹਿੰਦੇ ਟਰਾਈ ਅਗੇਨ, ਕੀ ਤੁਸੀਂ ਕੋਸ਼ਿਸ਼ ਕਰੋਗੇ? ਦੇਖੋ ਜੀ, ਹੁਣ ਜਿੱਦਾਂ ਨਾਲ ਦੇ ਆ ਮੇਰੇ
ਹੁਣ ਕਈ ਛੋਟੇ ਆ, ਚਲੋ ਵੱਡੇ ਵੀ ਆ, ਹੁਣ ਉਹ ਤਾਂ ਸਾਰੇ ਬਾਹਰ ਅੰਦਰ ਚਲੇ ਗਏ। ਤੇ ਜਿੱਦਾਂ ਹੁਣ ਆਪਾਂ ਹਰੇਕ ਗੱਲ ਜੋ ਦੁਨੀਆਦਾਰੀ 'ਚ ਚੱਲ ਰਿਹਾ ਵਾ ਇਹ ਸਿਖਾਈਦਾ ਵਾ, ਆਪਾਂ ਤੇ ਇਹ ਕਹੀਦਾ ਵਾ। ਹੁਣ ਮੇਰੇ ਨਾਲ ਦੇ ਉਹਨਾਂ ਨੇ ਇੱਕ ਦੋਵਾਂ ਨੇ ਵਿੱਚੋਂ ਵਾਲ ਕਟਾ ਵੀ ਦਿੱਤੇ, ਪਰ ਅਸੀਂ ਸਾਰਿਆਂ ਨੇ ਇਹੀ ਕਿਹਾ ਵੀ ਪਹਿਲਾਂ ਜਿੱਦਾਂ ਵੀ ਸਰਦਾਰੀ 'ਚ ਜ਼ਿਆਦਾ ਸੋਹਣਾ ਲੱਗਦਾ। ਚਲੋ ਮੈਂ ਵੀ ਭਾਵੇਂ ਦਾੜੀ ਕੱਟਾਂ, ਪਰ ਫਿਰ ਵੀ ਮੇਰੇ ਆਉਂਦਾ ਦਿਲ 'ਚ ਵੀ ਹਾਂ ਵੀ ਮੈਂ ਆਉਣ ਵਾਲੇ ਟਾਈਮ 'ਚ ਮੈਂ ਵੀ ਸਾਬਤ ਸੂਰਤ ਬਣੂੰਗਾ। ਪਰ ਆਪਾਂ ਤਾਂ ਹਮੇਸ਼ਾ ਪ੍ਰੇਰਿਤ ਕਰੀਦਾ ਵਾ, ਪਰ ਆਪਾਂ ਜਿੰਨਾ ਕੰਮ ਕਰ ਸਕਦੇ ਆਪਾਂ ਕਰੀਦਾ। ਹੁਣ ਮਰਜ਼ੀ ਅਗਲੇ ਦੀ। ਮੈਂ ਤਾਂ ਇਹ ਚਾਹੁੰਦਾ ਆ ਵੀ ਜਿੱਦਾਂ ਹੁਣ ਅੱਜ ਸਾਲਾਨਾ ਜੋੜ ਮੇਲਾ ਭਾਈ ਲਾਲੋ ਜੀ ਦੇ ਗੁਰਦੁਆਰੇ ਆਪਾਂ ਬੌਲੀ ਸਾਹਿਬ ਵਿਖੇ ਖਲੋਤੇ ਹੈਗੇ, ਤੁਸੀਂ ਛਬੀਲ ਲਈ ਆ, ਬੜੇ ਸੋਹਣੇ ਲੱਗਦੇ, ਬਹੁਤ ਸੋਹਣੀਆਂ ਤੁਹਾਡੇ ਜਿਹੜੀਆਂ ਜਾਸੀਆਂ ਪਾਈਆਂ ਜਿਨ੍ਹਾਂ 'ਤੇ ਸ਼ੇਰੇ ਪੰਜਾਬ ਕਲੱਬ ਲਿਖਿਆ ਨਾ, ਵਾੜਾ ਜਗੀਰ। ਅਤੇ ਲੇਕਿਨ ਜੇ ਸਾਰੇ ਆਪਣੇ ਬੱਚੇ ਗੁਰਸਿੱਖ ਬਣ ਜਾਣ, ਸਾਬਤ ਸੂਰਤ ਬਣ ਜਾਣ, ਤੇ ਫਿਰ ਮਤਲਬ ਚਾਰ ਚੰਨ ਲੱਗ ਜਾਣ, ਮਤਲਬ ਇਹ ਦੂਰੋਂ ਪਤਾ ਲੱਗੇ ਵੀ ਗੁਰੂ ਦਾ ਸਿੰਘ ਜਾਂ ਸਰਦਾਰ ਸੇਵਾ ਕਰ ਰਿਹਾ। ਕਿਉਂਕਿ ਮੈਂ ਅੱਜ ਦੁਪਹਿਰੇ ਦੇਖ ਰਿਹਾ ਸੀ ਜਿੰਨੀਆਂ ਕੈਸਟਾਂ ਲੱਗੀਆਂ ਸੀਗੀਆਂ ਸਾਰੀਆਂ ਉਹ 'ਚ ਸਰਦਾਰਾਂ ਦਾ ਜ਼ਿਕਰ ਆ ਰਿਹਾ ਸੀ, ਸਿੱਖਾਂ ਦਾ ਜ਼ਿਕਰ ਆ ਰਿਹਾ ਸੀ, ਕਿ ਇਹਨਾਂ ਵੱਲ ਦੇਖ ਕੇ ਸਾਨੂੰ ਇੱਦਾਂ ਦਾ, ਜਦੋਂ ਆਪਾਂ ਕਹਿੰਦੇ ਜਿਹੜੇ ਹੈ ਨਾ, ਤੁਸੀਂ ਗੱਲ ਕੀਤੀ ਸੀ ਕਿ ਜਿਹੜੇ ਸਾਡੇ ਬੱਚੇ ਲਾਈ ਲੱਗ ਹੁੰਦੇ ਆ, ਕਿ ਆਪਾਂ ਜੇ ਲਾਈ ਲੱਗ ਹੀ ਬਣਨਾ ਫਿਰ ਲਾਈ ਲੱਗ ਸਿੱਖ ਬਣ ਕੇ ਲਾਈ ਲੱਗ ਬਣੀਏ, ਫਿਰ ਜ਼ਿਆਦਾ ਮਤਲਬ ਵਧੀਆ ਲੱਗਦਾ ਹੈਗਾ। ਕੀ ਤੁਸੀਂ ਇਸ ਗੱਲ ਨਾਲ ਸਹਿਮਤ ਆ ਜੀ? ਦੇਖੋ ਜੀ, ਹੁਣ ਆਪਾਂ ਗੱਲ ਕਰਦੇ ਹਾਂ ਵੀ ਜਿੱਦਾਂ ਲਾਈ ਲੱਗ ਬਣਨਾ। ਹੁਣ ਆਪਣੇ ਇੱਥੇ ਮੇਲਾ ਸੀ, ਆਪਾਂ ਸ਼ਬਦ ਲਾਏ, ਹੁਣ ਡਿਪੈਂਡ ਕਰਦਾ ਵਾ ਵੀ ਇਹ ਆਪਾਂ ਸ਼ਬਦ ਬਸ ਮੇਲਿਆਂ 'ਤੇ ਜਾਣ ਨੂੰ ਸੁਣਦੇ ਹਾਂ ਜਾਂ ਘਰੇ ਵੀ ਸੁਣਦੇ ਹਾਂ। ਹੁਣ ਆਪਾਂ ਹਰੇਕ ਬੰਦਾ ਫੋਨ ਚੈੱਕ, ਉਹਦੀ ਪਲੇਲਿਸਟ ਚੈੱਕ ਕਰ ਲਓ, ਉਹਦੇ 'ਚ ਹਿੰਦੀ ਪੰਜਾਬੀ ਗਾਣੇ ਹੋਣੇ, ਉਹਦੇ 'ਚ ਇੱਕ ਵੀ ਸ਼ਬਦ ਨਹੀਂ ਹੋਣਾ। ਇਹ ਬਸ ਹੁਣ ਗੱਲ ਕਰੀਏ, ਇਹ ਵੀ ਇੱਕ ਬਾਬਿਆਂ ਦੇ ਸ਼ਬਦ ਦਾ ਟਰੈਂਡ ਬਣ ਕੇ ਚੱਲ ਪਿਆ ਵਾ ਵੀ ਬਸ ਮੇਲੇ ਜਾਣਾ ਵਾ, ਸ਼ਬਦ ਲਾ ਲਓ। ਆਪਾਂ ਨੂੰ ਸਿੱਖੀ ਤੋਂ ਦੂਰ ਕੀਤਾ ਜਾ ਰਿਹਾ ਹੈ ਸਹੀ ਮਾਇਨੇ 'ਚ, ਵੱਖ-ਵੱਖ ਤਰੀਕਿਆਂ ਦੇ ਨਾਲ। ਇਹ ਗੁਰਪ੍ਰੀਤ ਜੀ ਤੁਹਾਡੇ ਨਾਲ ਗੱਲਾਂ ਤੇ ਹੋਰ ਵੀ ਕਰਨੀਆਂ ਸੀਗੀਆਂ, ਕਿਉਂਕਿ ਸਮਾਂ ਵੀ ਕੁਝ ਭੇਜ ਮੈਨੂੰ ਲੱਗਦਾ ਥੋੜ੍ਹਾ ਹੀ ਹੈਗਾ ਆ। ਤੋ ਇਸ ਕਰਕੇ ਇਹ ਜਿਹੜੀ ਸਿੱਖੀ ਦੀ ਗੱਲ ਕੀਤੀ ਆ, ਸਾਨੂੰ ਸਿੱਖ ਬਣਨਾ ਚਾਹੀਦਾ ਆ ਅਤੇ ਗੁਰੂ ਮਹਾਰਾਜ ਦੇ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਚਾਹੀਦਾ। ਕਿ ਇਹ ਨਹੀਂ ਹੈਗੀ ਕਿ ਮਤਲਬ ਜਿਹੜਾ ਦਾੜੀ ਕਟਾਈ ਆ ਜਾਂ ਕਲੀਨ ਸ਼ੇਵ ਸੇਵਾ ਨਹੀਂ ਕਰ, ਸੇਵਾ ਸਾਰੇ ਕਰ ਸਕਦੇ ਆ, ਪਰ ਜੇ ਅਸੀਂ ਗੁਰਸਿੱਖ ਬਣ ਕੇ ਸੇਵਾ ਕਰਾਂਗੇ ਫਿਰ ਸਾਡੀ ਜਿਹੜੀ ਸੇਵਾ ਜ਼ਿਆਦਾ ਪ੍ਰਵਾਨ ਹੋਏਗੀ। ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਪ੍ਰਭਾਵ ਤਾਂ ਪੈਣਾ ਹੀ ਪੈਣਾ ਆ ਜੀ, ਕਿਉਂਕਿ ਕੋਈ ਬੰਦਾ ਹੁਣ ਤੁਹਾਡੇ ਜਿੰਨੇ ਵੀ ਮੈਂ ਕਮੇਟੀ ਮੈਂਬਰ ਦੇਖੇ ਸਾਰਿਆਂ ਦੇ ਲਗਭਗ ਜਿੱਦਾਂ ਸਰਦਾਰ ਮੋਹਨ ਸਿੰਘ ਜੀ, ਅਮਰੀਕ ਸਿੰਘ ਜੀ ਆ, ਸਾਡੇ ਸਰਪੰਚ ਸਾਹਿਬ ਆ, ਸਾਰੇ ਮਤਲਬ ਗੁਰਸਿੱਖ ਨੇ, ਦਸਤਾਰਾਂ ਬੰਨੀਆਂ, ਕਿੰਨੇ ਸੋਹਣੇ ਲੱਗਦੇ ਹੈਗੇ ਆ, ਕਿਉਂਕਿ ਸਰਦਾਰ ਦੀ ਪਛਾਣ ਅਲੱਗ ਹੁੰਦੀ ਆ। ਠੀਕ ਹੈ ਜੀ, ਅਤੇ ਇਹਦਾ ਲੱਖਾਂ ਵਿੱਚੋਂ ਇੱਕ ਪਛਾਣਿਆ ਜਾਂਦਾ ਆ। ਅਤੇ ਬਣਨ ਦੀ ਕੋਸ਼ਿਸ਼ ਕਰੋ ਔਰ ਆਪਣੇ ਬੱਚੇ ਜਿਹੜੇ ਨਾਲ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰੋ। ਅਤੇ ਤੁਹਾਡਾ ਸਾਰਿਆਂ ਦਾ, ਸਾਰੇ ਨਗਰ ਨਿਵਾਸੀਆਂ ਦਾ, ਵਾੜਾ ਜਗੀਰ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਨਾਲ ਹੀ ਸਾਡੀ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ। ਅਤੇ ਜਿਹੜੇ ਭਾਵਾਂ ਥੋੜ੍ਹਾ ਕੁ ਅਸੀਂ ਲੇਟ ਹੋ ਗਏ, ਅਤੇ ਲੇਕਿਨ ਫਿਰ ਵੀ ਚਲੋ ਸਾਡੇ ਮਨ ਦੀ ਤਮੰਨਾ ਸੀ ਕਿ ਅਸੀਂ ਗੱਲਾਂ ਬਾਤਾਂ ਕਰਨੀਆਂ ਹੈਗੀਆਂ ਆ, ਔਰ ਇਸ ਕਿਉਂਕਿ ਬਾਰ-ਬਾਰ ਇਹ ਸਮੇਂ ਨਹੀਂ ਹੱਥ ਆਉਂਦੇ ਹੈਗੇ, ਅਤੇ ਅਸੀਂ ਭਾਵੇਂ ਹਨੇਰੇ ਪਹੁੰਚੀਏ, ਅਤੇ ਕਿਉਂਕਿ ਸਾਰੀ ਦਿਹਾੜੀ ਤਕਰੀਬਨ ਰਿਕਾਰਡਿੰਗ ਕਰਦੇ ਰਹੇ, ਅਤੇ ਮੈਂ ਤਾਂ ਹੁਣ ਹੀ ਇਹਨਾਂ ਦੇ ਨਾਲ ਰਲਿਆ ਹੈਗਾ ਆ, ਅਤੇ ਫਿਰ ਵੀ ਆਪਾਂ ਕਹਿੰਦੇ ਦੇਰ ਆਏ ਦਰੁਸਤ ਆਏ। ਅਤੇ ਸਾਰਿਆਂ ਦਾ ਧੰਨਵਾਦ। ਮਾਲਕ ਤੁਹਾਨੂੰ ਚੜ੍ਹ ਕੇ ਹਰਮਦਾਨ ਫਤਿਹ ਰੱਖੇ। ਇਸੇ ਤਰ੍ਹਾਂ ਸੇਵਾ ਕਰਦੇ ਰਹੋ ਅਤੇ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਲੈਂਦੇ ਰਹੋ, ਅਤੇ ਮਾਲਕ ਕਿਰਪਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।